ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਕੋਈ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਤੇ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਇਸ ਚਰਚਾ ਨੂੰ ਚੱਲਦੇ ਚੱਲਦੇ ਲਾਈਕ, ਸ਼ੇਅਰ ਤੇ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਧੰਨਵਾਦ ਜੀ। ਧੰਨਵਾਦ। ਮੁਲਕ ਦੇ ਵਿੱਚ ਚਾਰੇ ਪਾਸੇ ਅੱਗ ਹੀ ਅੱਗ ਨਜ਼ਰ ਆਉਂਦੀ ਹੈ। ਨੂੰਹ ਦੇ ਵਿੱਚ ਜੋ ਕੁਝ ਵਾਪਰ ਰਿਹਾ ਹਰਿਆਣਾ ਦੇ, ਮੈਂ ਸੁਣ ਰਿਹਾ ਸੀਗਾ ਕਿ ਵੱਖੋ ਵੱਖਰੇ ਬੁਲਾਰੇ ਆਪੋ ਆਪਣੇ ਤਰੀਕੇ ਦੇ ਨਾਲ ਇਹਨੂੰ ਡਿਫਾਈਨ ਕਰ ਰਹੇ ਨੇ। ਕੋਈ ਕਹਿ ਰਿਹਾ ਕਿ ਜੀ ਨੂੰਹ ਨੂੰ ਮਿੰਨੀ ਪਾਕਿਸਤਾਨ ਬਣਾ ਦਿੱਤਾ ਗਿਆ। ਇੱਥੋਂ ਤੱਕ ਇਹ ਵੀ ਦੱਸਿਆ ਜਾ ਰਿਹਾ ਕਿ ਜੰਮੂ ਕਸ਼ਮੀਰ ਤੋਂ ਬਾਅਦ ਜੇ ਸਭ ਤੋਂ ਵੱਧ ਆਬਾਦੀ ਹੈ ਮੁਲਕ ਦੇ ਵਿੱਚ ਮੁਸਲਿਮ ਭਾਈਚਾਰੇ ਦੀ, ਤਾਂ ਉਹ ਨੂੰਹ ਦੇ ਵਿੱਚ ਹੈ। ਇਹ ਵੀ ਕਿਹਾ ਜਾ ਰਿਹਾ ਕਿ ਤੁਸੀਂ ਮਨੀਪੁਰ ਦੀ ਗੱਲ ਕਿਉਂ ਨਹੀਂ ਤੁਰਦੇ। ਇੱਕ ਧਿਰ ਇਹ ਗੱਲ ਕਹਿ ਰਹੀ ਹੈ ਕਿ ਮਨੀਪੁਰ ਦੇ ਵਿੱਚ ਉੱਥੇ ਤਾਂ ਨਹੀਂ ਕੋਈ ਮੁਸਲਿਮ ਬਨਾਮ ਹਿੰਦੂ, ਉੱਥੇ ਤਾਂ ਜੋ ਉੱਥੋਂ ਦੇ ਲੋਕ ਨੇ, ਟਰਾਈਬਲ ਨੇ, ਉਹਨਾਂ ਦੀ ਗੱਲ ਹੈ। ਉਹਨਾਂ ਦੇ ਵਿੱਚ ਇਹ ਅੱਗ ਕਿਉਂ ਬਲੀ ਹੈ। ਇਹ ਮਤਲਬ ਕਿ ਵੱਖੋ ਵੱਖਰੇ ਤਰ੍ਹਾਂ ਦੇ ਤਰਕ ਇੱਕ ਦੂਜੇ ਦੇ ਨੂੰ ਲੈ ਕੇ ਸਾਹਮਣੇ ਆ ਰਹੇ ਨੇ। ਮਨੀਪੁਰ ਦਾ ਮਾਮਲਾ ਵੀ ਅਸੀਂ, ਮੈਂ ਕਹਿੰਦਾ, ਨੂੰਹ ਦੇ ਨਾਲ ਹੀ ਵਿਚਾਰਾਂਗੇ ਕਿ ਉੱਥੇ ਕੀ ਬੀਤ ਰਿਹਾ ਮਨੀਪੁਰ ਨੂੰ ਲੈ ਕੇ। ਮਾਣਯੋਗ ਸੁਪਰੀਮ ਕੋਰਟ ਨੇ ਕੀ ਕਿਹਾ, ਜਾਂ ਫਿਰ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ, ਇਹ ਸਾਰੇ ਮੁੱਦੇ ਨੂੰ ਲੈ ਕੇ ਕਿਵੇਂ ਸਰਕਾਰ ਜਿਹੜੀ ਆ ਉਹ ਘੇਰੀ ਜਾ ਰਹੀ ਹੈ। ਰਾਹੁਲ ਗਾਂਧੀ ਇਹਦੀ ਕਿਸ ਤਰੀਕੇ ਨਾਲ ਤੁਲਨਾ ਕਰ ਰਹੇ ਨੇ ਕਿ ਕਿਵੇਂ ਅੱਗ ਪੂਰੇ ਮੁਲਕ ਦੇ ਵਿੱਚ ਲਾਈ ਗਈ ਹੈ। ਇਸ ਉੱਤੋਂ ਪ੍ਰੋਫੈਸਰ ਗੱਲਬਾਤ ਨੂੰ ਅੱਗੇ ਤੋਰਦੇ ਆ। ਸੁਖਵਿੰਦਰ, ਦੇਖੋ, ਜਦੋਂ ਤੁਸੀਂ ਲਗਾਤਾਰ ਕਿਸੇ ਖਾਸ ਵਿਚਾਰ ਦਾ ਪ੍ਰਚਾਰ ਕਰਦੇ ਰਹੋਗੇ ਔਰ ਉਹ ਵੀ ਧਰਮ ਦੀ ਆੜ ਦੇ ਵਿੱਚ, ਤਾਂ ਫਿਰ ਜਿੰਨਾ ਉਹ ਅਨਫਲੇਮੇਬਲ ਹੁੰਦਾ ਪੈਟਰੋਲ ਨਾਲੋਂ ਵੀ ਜ਼ਿਆਦਾ। ਯਾਨੀ ਇੰਝ ਸਮਝ ਲਓ ਕਿ ਤੁਸੀਂ ਰਾਦਰ ਮੈਂ ਇੰਝ ਕਹਾਂ ਕਿ ਐਟਮ ਬੰਬ ਹੀ ਤਿਆਰ ਕਰ ਰਹੇ ਆ ਸਮਾਜ ਦੇ ਅੰਦਰ। ਇੰਨੀ ਜ਼ਿਆਦਾ ਉਹਦੀ ਸ਼ਕਤੀ ਹੁੰਦੀ ਆ, ਤਬਾਹਕੁਨ ਸ਼ਕਤੀ ਮੈਂ ਕਹੂੰਗਾ। ਕਿਉਂਕਿ ਜਦੋਂ ਧਰਮ ਦੇ ਨਾਲ ਸਿਆਸਤ ਮਿਲ ਜਾਂਦੀ ਹੈ, ਔਰ ਉਹ ਸਿਆਸਤ ਕਿਹੋ ਜਿਹੀ ਹੁੰਦੀ ਆ ਉਹ ਆਪਾਂ ਜਾਣਦੇ ਹੀ ਹਾਂ। ਜਿਨ੍ਹਾਂ ਦੇਸ਼ਾਂ ਦੇ ਵਿੱਚ ਅਜੇ ਵੀ ਧਰਮ ਦੇ ਨਾਂ ਤੇ ਸਿਆਸਤ ਚੱਲ ਰਹੀ ਆ, ਉੱਥੇ ਕੀ ਕੁਝ ਹੁੰਦਾ, ਖਾਸ ਕਰਕੇ ਇਸਲਾਮਿਕ ਸਟੇਟ ਦੇ ਵਿੱਚ, ਉਹ ਸਾਡੇ ਸਾਹਮਣੇ। ਸਾਡੇ ਵੀ ਇਹਨਾਂ ਪੋਲੀਟੀਸ਼ੀਅਨਾਂ ਨੂੰ, ਖਾਸ ਕਰਕੇ ਜਿਹੜੇ ਰਾਈਟ ਕਿਸਮ ਦੀ ਪੋਲੀਟਿਕਸ ਆ, ਸੱਜੇ ਕਿਸਮ ਦੀ ਆ, ਔਰ ਕਈ ਉਹਨਾਂ ਚੋਂ ਬੜੇ ਐਕਸਟ੍ਰੀਮ ਕੱਟੜਪੰਥੀ ਵੀ ਹੈਗੇ ਆ, ਉਹਨਾਂ ਨੂੰ ਵੀ ਇਹੀ ਆ ਕਿ ਇੱਥੇ ਅਸੀਂ ਹਿੰਦੂ ਰਾਸ਼ਟਰ ਜਦ ਤੱਕ ਨਹੀਂ ਬਣਦਾ ਸਾਨੂੰ ਸਾਹ ਨਹੀਂ ਆਉਂਦਾ। ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਪਹਿਲੀ ਗੱਲ ਤੇ ਇਹ ਹੈ ਕਿ ਉਹ ਹਿੰਦੂ ਕਿਹਨੂੰ ਕਹਿੰਦੇ ਆ। ਕੀ ਜੇ ਘੱਟ ਗਿਣਤੀਆਂ ਨੂੰ ਇੱਕ ਪਾਸੇ ਕਰ ਲਓਗੇ ਤਾਂ ਬਾਕੀ ਸਾਰੇ ਹਿੰਦੂ ਆ? ਮੈਂ ਕਹੂੰਗਾ ਨਹੀਂ। ਕਿਉਂ? ਜਿਹੜੇ ਦਲਿਤ ਹੈਗੇ ਉਹਨਾਂ ਨੂੰ ਤਾਂ ਤੁਸੀਂ ਆਦਮੀ ਜਾਂ ਇਨਸਾਨ ਕਦੀ ਮੰਨਿਆ ਹੀ ਨਹੀਂ। ਆਦੀਵਾਸੀ ਵੱਡੀ ਗਿਣਤੀ ਵਿੱਚ ਜਾਂ ਕ੍ਰਿਸਚੀਅਨ ਆ ਜਾਂ ਉਹ ਹਿੰਦੂ ਸਿਸਟਮ ਦਾ ਹਿੱਸਾ ਨਹੀਂ ਹੈਗੇ। ਫਿਰ ਜੇ ਉਹਨਾਂ ਨੂੰ 25% ਨੂੰ ਕੱਢ ਲਓਗੇ ਤਾਂ ਫਿਰ ਬਾਕੀ ਪਿੱਛੇ ਕੀ 45% ਹੋ ਗਿਆ। 45% ਵਿੱਚੋਂ ਵੀ ਬਹੁਤ ਸਾਰੀ ਕਿਸਾਨੀ ਇਹੋ ਜਿਹੀ ਆ ਜਿਹੜੀ ਸੈਕੂਲਰ ਕ੍ਰੈਡੈਂਸ਼ੀਅਲ ਆ, ਉਹਨਾਂ ਨੂੰ ਕਿਸੇ ਕਿਸਮ ਦੇ ਨਫ਼ਰਤੀ ਜਾਂ ਹੋਰ ਵਾਦ ਵਿਵਾਦ ਵਿੱਚ ਜਾਣ ਦਾ ਟਾਈਮ ਹੀ ਨਹੀਂ ਹੈ। ਇਹ ਸਿਰਫ ਤੇ ਸਿਰਫ ਉੱਪਰਲੇ ਕੁਝ ਬੰਦੇ, ਬਹੁਤ ਹੀ ਹੈਂਡਫੁਲ ਲੋਕ ਹੈਗੇ ਆ, ਜਿਨ੍ਹਾਂ ਦਾ ਜਾਂ ਤੇ ਆਪਣੇ ਧਰਮ ਨੂੰ ਹੋਰ ਫੈਲਾਉਣ ਦੀ ਮਨਸ਼ਾ ਆ ਤਾਂ ਕਿ ਉਹਨਾਂ ਦੇ ਕਾਰੋਬਾਰ ਜ਼ਿਆਦਾ ਫੈਲਣ। ਕਾਰੋਬਾਰ ਹੀ ਹੈ, ਮਤਲਬ ਧਰਮ ਦੇ ਨਾਂ ਤੇ ਜੋ ਦੇਸ਼ ਸਾਡੇ 'ਚ ਪਖੰਡ ਤੇ ਕਾਰੋਬਾਰ ਚੱਲ ਰਿਹਾ, ਉਹ ਮੈਨੂੰ ਨਹੀਂ ਲੱਗਦਾ ਕਿਸੇ ਵੀ ਹੋਰ ਦੇਸ਼ ਦੇ ਵਿੱਚ ਇੰਨਾ ਧੜੱਲੇ ਨਾਲ ਚੱਲਦਾ ਹੋਊਗਾ। ਜਿਹਨੂੰ ਨਹੀਂ ਕੋਈ ਕੰਮ ਮਿਲਦਾ ਤੇ ਮਾੜਾ ਜਿਹਾ ਉਹ ਹਿੰਮਤ ਰੱਖਦਾ ਆ, ਬਸ ਆਪਣਾ ਕੋਈ ਵੀ ਨਹੀਂ ਚਾਹੀਦਾ, ਮਾੜੀ ਜੀ ਸਵਾਹ ਮੜ ਲਓ ਤੇ ਸਾਧੂ ਬਣ ਜਾਓ ਤੇ ਤੁਹਾਡੀ ਬੱਲੇ ਬੱਲੇ ਆ, ਤੁਹਾਡਾ ਰੁਜ਼ਗਾਰ ਵੀ ਚੱਲ ਪਊ, ਤੁਹਾਨੂੰ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਨ ਲਈ ਇੱਕ ਮੌਕਾ ਵੀ ਮਿਲ ਜੂਗਾ, ਕੋਈ ਨਹੀਂ, ਸਰਕਾਰ ਦੀ ਪ੍ਰੋਟੈਕਸ਼ਨ ਵੀ ਮਿਲ ਜੂ, ਤੇ ਬਾਕੀ ਜਿਹੜੇ ਆ ਅੰਨੇ ਭਗਤ ਤੇ ਪੈਦਾ ਹੋ ਹੀ ਜਾਂਦੇ ਆ, ਕਿਉਂਕਿ ਉਹਨਾਂ ਨੂੰ ਉੱਥੇ ਥੋੜਾ ਬਹੁਤ ਉਹਨਾਂ ਨੂੰ ਵੀ ਬੈਠਣ ਉੱਠਣ ਦੀ ਜਗ੍ਹਾ ਮਿਲ ਜਾਂਦੀ ਆ, ਇੱਕ ਉਹਨਾਂ ਨੂੰ ਆਇਡੈਂਟੀਟੀ ਉਹ ਬਾਬਿਆਂ ਦੇ ਨਾਲ ਮਿਲ ਜਾਂਦੀ ਆ। ਜਿੰਨੇ ਤੁਹਾਨੂੰ ਚਾਰ ਚਫੇਰੇ ਬਾਬੇ ਦਿਖਦੇ ਆ, ਉਹਨਾਂ ਦਾ ਸਾਰਿਆਂ ਦਾ ਕਾਰੋਬਾਰ ਇਸੇ ਤਰੀਕੇ ਨਾਲ ਚੱਲ ਰਿਹਾ। ਇਹ ਆਪਾਂ ਇੱਕ ਗੱਲ ਇੱਥੇ ਜ਼ਰੂਰ ਮੈਂ ਰੱਖਣੀ ਚਾਹੁੰਦਾ ਆ ਕਿ ਇਹੋ ਜਿਹੀ ਕੋਈ ਮਾੜੀ ਗੱਲ ਨਹੀਂ ਹੈ ਕਿ ਚੰਗੇ ਕੰਮ ਵੀ ਕਈ ਸੈਕਟ ਕਰ ਰਹੇ ਆ, ਕਈ NGO ਚੰਗੇ ਕੰਮ ਕਰ ਰਹੀਆਂ। ਧਰਮ ਦੇ ਅੰਦਰ ਵੀ ਸਾਰੇ ਕੰਮ ਮਾੜੇ ਨਹੀਂ, ਕੁਝ ਚੰਗੇ ਵੀ ਹੋ ਰਹੇ ਆ, ਸਾਰੇ ਧਰਮਾਂ 'ਚ ਚੰਗੇ ਕੰਮ ਵੀ ਹੁੰਦੇ ਹੋਣਗੇ। ਪਰ ਬਾਈ ਐਂਡ ਲਾਰਜ ਮੈਨੂੰ ਇਸ ਗੱਲ ਦੀ ਬਿਲਕੁਲ ਨਹੀਂ ਸਮਝ ਆਉਂਦੀ ਕਿ ਜਿਹੜਾ ਸਾਡਾ ਦੇਸ਼ ਅਸੀਂ ਕਹਿੰਦੇ ਹਾਂ ਕਿ ਜਿੱਥੇ ਰੱਬ ਵੱਸਦਾ ਜਾਂ ਰਾਮ ਵੱਸਦਾ ਜਾਂ ਰਹੀਮ ਵੱਸਦਾ, ਉੱਥੇ
ਇੰਨੇ ਅਮਾਨਵੀ ਕਾਰਨਾਮੇ ਹੋਣ, ਰੇਪ, ਔਰਤਾਂ ਦਾ ਮਰਡਰ, ਸਮੂਹਿਕ ਬਲਾਤਕਾਰ, ਧਰਮ ਦੇ ਨਾਂ ਦੇ ਉੱਤੇ ਅੱਗਾਂ, ਅਗਜ਼ਨੀ, ਭੰਨ ਤੋੜ, ਮਾਰ ਪੀਟ, ਇਹ ਕਿਹੜਾ ਧਰਮ ਕਹਿੰਦਾ ਬਈ? ਮੈਨੂੰ ਤੇ ਨਹੀਂ ਲੱਗਦਾ ਕਿ ਕੋਈ ਵੀ ਧਰਮ ਇਹ ਸਿਖਾਉਂਦਾ ਕਿ ਦੂਸਰੇ ਧਰਮ ਦੇ ਫਿਰਕਿਆਂ ਤੇ ਹਮਲੇ ਕਰੋ, ਉਹਨਾਂ ਵਿਰੁੱਧ ਜ਼ਹਿਰ ਉਗਲੋ, ਉਹਨਾਂ ਵਿਰੁੱਧ ਤਿਆਰੀ ਕਰਕੇ ਕੁੱਟਣ ਮਾਰਨ ਦੀਆਂ ਤਿਆਰੀਆਂ ਕਰੋ। ਇਹ ਤੇ ਧਰਮ ਨਾ ਹੋਇਆ, ਫਿਰ ਇਹ ਤੇ ਜਾਂ ਤੇ ਧਰਮ ਦੇ ਨਾਂ ਤੇ ਕੋਈ ਬਿਜ਼ਨਸ ਚੱਲ ਰਿਹਾ, ਜਾਂ ਧਰਮ ਦੇ ਨਾਂ ਦੇ ਉੱਤੇ ਸਿਆਸਤ ਖੇਡੀ ਜਾ ਰਹੀ ਹੈ। ਜਦ ਤੱਕ ਇਹ ਮੂਲ ਚੀਜ਼ ਅਸੀਂ ਸਮਝਦੇ ਨਹੀਂ, ਤੇ ਅਸੀਂ ਜਿਹੜੀਆਂ 3 ਘਟਨਾਵਾਂ ਹੁਣੇ ਹੋ ਕੇ ਹਟੀਆਂ ਸੁਖਵਿੰਦਰ, ਇੱਕ ਤੇ ਜਿਹੜੀ 3 ਮਈ ਤੋਂ ਮਣੀਪੁਰ ਦੇ ਵਿੱਚ ਹੋ ਰਹੀ ਆ, ਉਹਦੇ ਫਾਲੋ ਅਪ ਅਜੇ ਉਹ ਮੱਠੀ ਨਹੀਂ ਪਈ। ਰੋਜ਼ ਅੱਗਾਂ ਇੰਫਾਲ ਦੇ ਵਿੱਚ ਅੱਜ ਵੀ ਕੁਝ ਇਹੋ ਜਿਹੀਆਂ ਮੰਦਭਾਗੀ ਘਟਨਾ ਹੋਈਆਂ ਅਗਜ਼ਨੀ ਦੀਆਂ, ਉਹ ਅਜੇ ਬੁਝੀ ਨਹੀਂ ਹੈ, ਉਹ ਸਿਵੇ ਅਜੇ ਠੰਡੇ ਨਹੀਂ ਹੋਏ। ਤੇ ਨੂਹ ਦੇ ਵਿੱਚ ਇੱਕ ਨਵਾਂ ਫਰੰਟ ਖੁੱਲ ਗਿਆ। ਨੂਹ ਦੇ ਵਿੱਚ ਮੈਂ, ਜਿਹੜੇ ਬੰਦੇ ਨਹੀਂ ਜਾਣਦੇ, ਮੈਂ ਉਸ ਏਰੀਆ 'ਚ ਘੁੰਮ ਕੇ ਆਇਆ, ਇੱਕ ਪ੍ਰੋਜੈਕਟ ਕੀਤਾ ਸੀ। ਉਹ ਮੇਵਾਤੀ ਮੁਸਲਿਮ ਹੈਗੇ ਆ। ਮੇਵਾਤ ਇੱਕ ਇਹੋ ਜਿਹਾ ਰੀਜਨ ਹੈਗਾ ਜਿਹੜਾ ਕੁਛ ਉਹ ਬੰਦੇ ਹਰਿਆਣੇ 'ਚ, ਗੁੜਗਾਵਾਂ ਤੇ ਇਸ ਏਰੀਏ 'ਚ ਰਹਿੰਦੇ ਆ। ਕੁਛ ਜਿਹੜੇ ਬੰਦੇ ਮੇਵਾਤੀ ਆ ਉਹ ਰਾਜਸਥਾਨ 'ਚ ਨਾਲ ਬਾਰਡਰ ਲੱਗਦਾ, ਕਿਉਂਕਿ ਹਰਿਆਣੇ ਦੇ ਨਾਲ ਉਸ ਪਾਸੇ ਵੀ ਰਹਿੰਦੇ ਆ। ਆਪਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਜਿਹੜੇ ਗਊ ਰਕਸ਼ਕਾਂ ਨੇ, ਜਾਂ ਬਜਰੰਗ ਦਲੀਆਂ ਨੇ, ਜਾਂ ਹਿੰਦੂ ਵਿਸ਼ਵ ਪ੍ਰੀਸ਼ਦ, ਜਾਂ ਇਹੋ ਜਿਹੇ ਜਿਹੜੇ ਵੀ ਹਿੰਦੂ ਕੱਟੜਪੰਥੀ ਆਊਟਫਿਟ ਹੈਗੇ ਆ, ਉਹਨਾਂ ਨੇ ਜਿਹੜੀ ਕੁੱਟਮਾਰ, ਮੌਬ ਲਿੰਚਿੰਗ ਕੀਤੀ ਸੀ, ਗਾਂ ਲਿਜਾ ਰਹੇ ਆ, ਗਾਈਆਂ ਨੂੰ ਮਾਰਨਾ ਚਾਹੁੰਦੇ ਆ, ਗਾਈਆਂ ਦਾ ਚਮੜਾ ਲੈ ਕੇ ਕਰਦੇ ਆ, ਇਹ ਉਹ ਸਾਰੇ ਉਸੇ ਏਰੀਏ 'ਚ ਪਹਿਲਾਂ ਇੱਕ ਬੈਕਗਰਾਉਂਡ ਹੈਗੀ ਆ। ਹੁਣ ਜੇ ਇਹਦਾ ਥੋੜਾ ਚੀਰ ਫਾੜ ਕਰੀਏ ਕਿ ਗੱਲ ਵੱਧਦੀ ਕਿਵੇਂ ਹੈ, ਤੁਸੀਂ ਵੀ ਸਾਰਾ ਪੜ੍ਹ ਲਿਆ, ਸਾਰੀ ਦੁਨੀਆ ਦੇਖ ਰਹੀ ਹੋਣਗੀ, ਪਰ ਹਰ ਇੱਕ ਬੰਦੇ ਦੀ ਆਪਣੀ ਆਪਣੀ ਇੱਕ ਅੰਡਰਸਟੈਂਡਿੰਗ ਹੈ। ਸਨ 84 ਚ ਆਪਾਂ ਜਾਣਦੇ ਹਾਂ ਕਿ ਜੇ ਪੁਲਿਸ ਦਿੱਲੀ ਦੀ ਰੋਕਣਾ ਚਾਹੁੰਦੀ ਤੇ ਇਹ 2 ਘੰਟੇ ਚ, 1 ਘੰਟੇ ਚ ਸਾਰੇ ਦੰਗੇ ਰੁਕ ਸਕਦੇ ਸੀਗੇ। ਇੱਥੋਂ ਤੱਕ ਕਿ ਜਿਹੜੀ ਫੌਜ ਆ ਉਸਨੇ ਲਗਾਤਾਰ ਸਰਕਾਰ ਨੂੰ ਕਿਹਾ ਕਿ ਸਾਨੂੰ ਇੰਟਰਵੀਨ ਕਰਨ ਦਿਓ, ਅਸੀਂ ਦਿੱਲੀ ਦੀ ਗੱਲ ਕਰ ਰਹੇ ਹਾਂ ਕਿ ਅਸੀਂ ਇਸ ਨੂੰ ਰੋਕ ਦਿਆਂਗੇ। ਇਸੇ ਤਰੀਕੇ ਨਾਲ ਗੋਧਰਾ ਦੇ ਵਿੱਚ ਵੀ ਸੀਗਾ ਕਿ ਸਾਨੂੰ ਇਸ ਗੱਲ ਦਾ ਚਾਰਜ ਦਿਓ, ਅਸੀਂ ਉੱਥੇ ਜਿਹੜਾ ਬੜੇ ਭਿਅੰਕਰ ਦੰਗੇ ਹੋ ਰਹੇ ਆ ਮੁਸਲਮਾਨਾਂ ਤੇ, ਖਾਸ ਕਰਕੇ ਦੋਵਾਂ ਧਿਰਾਂ ਦੇ ਵਿਚਾਲੇ ਸੀ, ਦੋਹੀਂ ਪਾਸੇ ਨੁਕਸਾਨ ਹੋਇਆ, ਪਰ ਮੁਸਲਮਾਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀ। ਉਸ ਨੂੰ ਅਸੀਂ ਕਿਸੇ ਤਰੀਕੇ ਨਾਲ ਰੋਕ ਸਕਦੇ ਹਾਂ। ਤਾਂ ਇਸ ਉਦੋਂ ਇਹੋ ਜਿਹੀਆਂ ਇਜਾਜ਼ਤਾਂ ਸਟੇਟ ਦੀ ਸ਼ਹਿ ਤੇ, ਜਾਂ ਸਟੇਟ ਦੇ ਅੰਦਰ ਕੋਈ ਜਿਹੜੇ ਖਾਸ ਕਿਸਮ ਦੇ ਹਿੱਤ ਆ, ਰਾਜਨੀਤਿਕ ਹਿੱਤ, ਉਹ ਨਹੀਂ ਦਿੱਤੀਆਂ ਜਾਂਦੀਆਂ, ਤੇ ਉਹਦਾ ਰਿਜ਼ਲਟ ਸਾਨੂੰ ਨਿਕਲਦਾ ਸਾਡੇ ਸਾਹਮਣੇ ਅੱਖ ਮਿਆਜਾ ਕਿ ਇੱਕ ਗੁਜਰਾਤ ਮਾਡਲ ਆਫ ਪੋਲਿਟਿਕਸ ਤਿਆਰ ਹੋ ਕੇ ਰੈਡੀ ਹੋ ਗਿਆ ਜੀ। ਹੁਣ ਉਸੇ ਦੀ ਰੈਪਲੀਕੇਸ਼ਨ ਇਹ ਨੂਹ ਦੇ ਵਿੱਚ ਹੈਗੀ। ਹਿੰਦੂ ਕੁਛ ਕਲਸ਼ ਸ਼ਾਇਦ ਯਾਤਰਾ, ਜਾਂ ਹਰ ਸਾਲ ਕਹਿੰਦੇ ਯਾਤਰਾ ਨਿਕਲਦੀ ਹੈ, ਉਹਦੇ ਵਿੱਚ ਮੋਨੂ ਮਾਨੇਸਰ ਵਾਲਾ, ਉਹ ਕੋਈ ਜਿਹੜਾ ਇਹੋ ਜਿਹਾ ਆਦਮੀ ਜਿਹੜੇ ਪੁਰਾਣਿਆਂ ਕੁੱਟਾਂ ਮਾਰਾਂ ਤੇ ਕ੍ਰਾਈਮ ਦੇ ਵਿੱਚ, ਇਹੋ ਜਿਹੀਆਂ ਮੌਬ ਲਿੰਚਿੰਗ ਦੇ ਵਿੱਚ ਉਹਦਾ ਨਾਂ ਸੀਗਾ, ਉਹ ਸ਼ਰੇਆਮ ਇਹ ਕਹਿ ਰਿਹਾ ਕਿ ਮੈਂ ਉਹਦੇ ਵਿੱਚ ਆਉਂਗਾ, ਉੱਥੇ ਤੁਸੀਂ ਆ ਕਰੋ, ਫਲਾਨਿਆਂ ਤੁਮੀ ਆ, ਟਮਕਾਣਿਆਂ ਤੁਮੀ ਆ। ਇਸ ਗੱਲ ਦੀਆਂ ਸ਼ਿਕਾਇਤਾਂ ਲਗਾਤਾਰ ਜਿਹੜਾ ਮੁਸਲਿਮ ਘੱਟ ਗਿਣਤੀ ਸਮੁਦਾਇ ਆ ਉਹ ਪੁਲਿਸ ਨੂੰ ਤੇ ਐਡਮਿਨਿਸਟ੍ਰੇਸ਼ਨ ਨੂੰ ਕਰ ਰਹੇ ਆ ਕਿ ਜਦੋਂ ਇਹ ਧਾਰਮਿਕ ਯਾਤਰਾ ਇਧਰ ਦੀ ਲੰਘੂਗੀ, ਜਿਸ ਕਿਸਮ ਦੇ ਉਹ ਬੰਦੇ ਹੈਗੇ ਆ, ਉਹ ਕੋਈ ਨਾ ਕੋਈ ਇੱਥੇ ਸ਼ਰਾਰਤੀ ਮਾਹੌਲ ਜਾਂ ਕੋਈ ਉਹੋ ਜਿਹਾ ਭੜਕੀਲਾ ਕੰਮ ਹੋ ਸਕਦਾ। ਇਸ ਲਈ ਜਾਂ ਤੇ ਇਸ ਯਾਤਰਾ ਨੂੰ ਰੋਕਿਆ ਜਾਏ, ਜਾਂ ਸਾਨੂੰ ਪੂਰੀ ਪ੍ਰੋਟੈਕਸ਼ਨ ਦਿੱਤੀ ਜਾਏ। ਇਹ ਗੱਲਾਂ ਤੁਸੀਂ ਸੁਣ ਰਹੇ ਆ ਮੀਡੀਆ ਦੇ ਉੱਤੋਂ, ਜਿਹੜੀਆਂ ਹੁਣ ਸਾਰੀਆਂ ਸਾਹਮਣੇ ਆ ਰਹੀਆਂ। ਉਹ ਸੁਖਵਿੰਦਰ ਉਹਨਾਂ ਨੇ ਕੁਛ ਵੀ ਨਹੀਂ ਕੀਤਾ। ਇੱਕ ਹੋਰ ਜਗ੍ਹਾ ਆ, ਉੱਥੇ ਫਿਰ ਹੋਇਆ ਸੁਹਾਨਾ, ਕੱਲ ਸ਼ਾਮ ਦੀ, ਉਦੋਂ ਬਾਅਦ ਦੀ ਗੱਲ ਆ। ਉੱਥੇ 4-5 ਘੰਟੇ ਅੱਗਾਂ ਲੱਗਦੀਆਂ ਰਹੀਆਂ ਆ, ਜਿਹੜੀਆਂ ਦੁਕਾਨਾਂ ਫੂਕਤੀਆਂ, ਘਰ ਫੂਕਤੇ, ਤੇ ਜਿਨ੍ਹਾਂ ਦੀਆਂ ਘਰ ਫੂਕੇ ਜਾ ਰਹੇ ਸੀ, ਉਹਨਾਂ ਬਾਰ-ਬਾਰ ਪੁਲਿਸ ਨੂੰ, ਦਿੱਲੀ ਉਹਦੇ ਗੁੜਗਾਉਂ ਦੇ ਐਡਮਿਨਿਸਟ੍ਰੇਸ਼ਨ ਨੂੰ, ਹੋਰਨਾਂ ਨੂੰ ਫੋਨ ਕੀਤੇ ਕਿ ਸਾਡੇ ਲਗਾਤਾਰ ਪਿਛਲੇ 2 ਘੰਟਿਆਂ ਤੋਂ ਚੱਲ ਰਿਹਾ, ਹੁਣ 3 ਘੰਟੇ ਹੋ ਗਏ, ਹੁਣ 4 ਹੋ ਗਏ, ਕਿ ਤੁਸੀਂ ਆ ਕੇ ਬਚਾਓ। ਫੋਨ ਹੀ ਨਹੀਂ ਚੁੱਕਿਆ।
102 ਨੰਬਰ ਤੇ ਵੀ ਕਿਸੇ ਨੇ ਕੋਈ ਐਕਸ਼ਨ ਨਹੀਂ ਕੀਤਾ। ਇੱਥੋਂ ਹੁਣ ਤੁਸੀਂ ਕੀ ਸਿੱਟਾ ਕੱਢੋਗੇ ਕਿ ਕੀ ਕੁਛ ਦੇਸ਼ ਅੰਦਰ ਇਹੋ ਜਿਹੀਆਂ ਰਾਜਨੀਤਿਕ ਸ਼ਕਤੀਆਂ ਜੋ ਇਸ ਤੋਂ ਲਾਹਾ ਲੈ ਕੇ ਇਹਨੂੰ ਮੁੱਦਾ ਬਣਾ ਕੇ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰਵਾਦੀ ਜਾਂ ਭਖਵੇਂ ਕਰਨ ਦੀ ਅੱਗ ਨੂੰ ਹੋਰ ਅੱਗੇ ਵਧਾਉਣਾ ਚਾਹੁੰਦੀਆਂ, ਤਾਂ ਕਿ ਹੁਣ ਜੇ ਬਾਲਾਕੋਟ ਨਹੀਂ ਜੋ ਆਪਾਂ ਸਤਪਾਲ ਮਲਿਕ ਕਹਿ ਰਹੇ ਆ ਕਿ ਕੋਈ ਇਹੋ ਜਿਹਾ ਭਿਆਨਕ ਹੋਰ ਮੰਜ਼ਰ ਦੇਖਣ ਨੂੰ ਮਿਲੂ ਜਿਹਦੇ ਆਧਾਰ ਦੇ ਉੱਤੇ 2024 ਦੀਆਂ ਚੋਣਾਂ ਲੜੀਆਂ ਜਾਣਗੀਆਂ। ਇਹ ਤੇ ਉਹਨਾਂ ਨੇ ਸ਼ੰਕਾ ਪ੍ਰਗਟ ਕੀਤਾ, ਇਹ ਤਾਜ਼ੀ ਖਬਰ ਹੈ। ਇਹ ਸਾਨੂੰ ਵੀ ਸ਼ੰਕਾ ਹੈਗਾ ਕਿ ਵਿਕਾਸ ਕੁਝ ਹੋਇਆ ਨਹੀਂ, ਵਾਅਦੇ ਪੂਰੇ ਹੋਏ ਨਹੀਂ, ਲੋਕ ਦੁਖੀ ਹੈਗੇ। ਵਿਕਾਸ ਜੇ ਹੋਇਆ ਤੇ 2-4 ਉਹਨਾਂ ਦੇ ਜਿਹੜੇ ਮੋਦੀ ਜੀ ਦੇ ਬਿਲਕੁਲ ਨੇੜੇ ਸੀਗੇ ਉਹਨਾਂ ਦਾ ਚੰਗਾ ਵਿਕਾਸ ਹੋ ਗਿਆ। ਉਹਨਾਂ ਦਾ ਤੇ ਭਾਵੇਂ ਨਾ ਹੀ ਵਿਕਾਸ ਕਮਾਲ ਰੱਖ ਦੋ ਚੱਲ ਜੂਗਾ, ਕਿਉਂਕਿ ਉਹਨਾਂ ਦਾ ਹੋਇਆ। ਪਰ ਜਿਹੜਾ ਵਿਨਾਸ਼ ਬਾਕੀ ਦਿਆਂ ਲੋਕਾਂ ਦਾ ਹੋਇਆ ਉਹ ਤੇ ਸਾਰਿਆਂ ਨੂੰ ਦਿਖਦਾ ਹੀ ਆ ਕਿ ਕਿਸ ਕਿਸਮ ਦਾ ਹੋਇਆ। ਉਸ ਲਈ ਹੁਣ ਉਹਨਾਂ ਨੂੰ ਉਸ ਜਿਹੜੇ ਪੁਰਾਣੇ ਵਾਅਦੇ ਤੇ ਸੁਪਨਿਆਂ ਦੇ ਉੱਤੇ ਨਹੀਂ, ਹੁਣ ਕੋਈ ਭੜਕਾਹਟ ਦੇ ਵਿੱਚ ਲਿਆ ਕੇ ਹੀ ਵੋਟਾਂ ਦਾ ਕੋਈ ਨਾ ਕੋਈ ਇੰਤਜ਼ਾਮ ਕੀਤਾ ਜਾ ਸਕਦਾ ਆ। ਨੂੰਹ ਵਾਲੀ ਘਟਨਾ ਨੂੰ ਜਿਹੜਾ ਉਹਦੇ ਸੋਹਣਾ ਜਗ੍ਹਾ ਹੈ ਕਿ ਮੇਰਾ ਖਿਆਲ ਉਹੋ ਜੀ ਜਗ੍ਹਾ ਕੋਈ ਮਹੱਲਾ ਦਿਖਾਇਆ ਸੀ, ਉੱਥੇ ਵੀ ਇਸ ਜਿਹੜੀਆਂ ਅਗਜ਼ਨੀ ਦੀਆਂ ਗੱਲਾਂ ਬਹੁਤ ਨੁਕਸਾਨ ਹੋਇਆ। ਤੇ ਜਿੱਥੇ ਪੁਲਿਸ ਨੇ ਸਾਥ ਦੰਗਾਈਆਂ ਦਾ ਦਿੱਤਾ, ਜੋ ਕਿ ਗੋਧਰਾ 'ਚ ਵੀ ਦੇਖਣ ਨੂੰ ਮਿਲਦਾ, ਜੋ ਦਿੱਲੀ 'ਚ ਵੀ ਦੇਖਣ ਨੂੰ ਮਿਲਦਾ, ਸਾਰੀ ਜਗ੍ਹਾ ਇਹੋ ਹੀ ਹੁੰਦਾ ਕਿ ਜਿਹੜੀ ਜਿਨ੍ਹਾਂ ਲੋਕਾਂ ਨੇ ਇਸ ਅੱਗ ਨੂੰ ਬੁਝਾਉਣਾ ਹੁੰਦਾ, ਜਾਂ ਤੇ ਉਹ ਇਸ ਅੱਗ ਦਾ ਸੇਕ ਤਾਪਣ ਲੱਗ ਜਾਂਦੇ ਜੇ ਸਿਆਲ ਹੋਵੇ, ਤੇ ਜਾਂ ਉਸ ਨੂੰ ਦੇਖਣ ਲੱਗ ਜਾਂਦੇ ਆ, ਜਾਂ ਫਿਰ ਉਹ ਉਹਨਾਂ ਦੇ ਨਾਲ ਹੀ ਸ਼ਾਮਲ ਹੋ ਜਾਂਦੇ ਆ ਵੀ ਤਕੜੇ ਹੋ ਜਾਓ ਹੁਣ ਇੱਕ ਵਾਰੀ ਕਰ ਲਓ ਜੋ ਕਰਨਾ। ਇਸ ਕਿਸਮ ਦੀ ਹਾਲਾਤ ਈਸਟਰਨ ਦਿੱਲੀ ਦੇ ਵਿੱਚ ਵੀ ਜਦੋਂ ਹੋਏ ਆ, ਹੁਣੇ 40-50 ਬੰਦੇ ਮਰੇ ਸੀ, ਜਿਸ 'ਚ ਜ਼ਿਆਦਾ ਮੁਸਲਿਮ ਤੇ ਕੁਛ ਹਿੰਦੂ ਭਾਈਚਾਰੇ ਦੇ ਵੀ ਲੋਕ ਮਰੇ ਸੀਗੇ, ਜਿਹੜੀ ਕਿ ਕਿਸੇ ਵੀ ਦੋਵਾਂ ਦੇ ਘੱਟ ਵੱਧ ਦੀ ਗੱਲ ਨਹੀਂ ਹੈ, ਇਹ ਗੱਲ ਹੀ ਮਾੜੀ ਹੈ। ਇਹ ਪੁਲਿਸ ਦੀ ਜ਼ਿੰਮੇਵਾਰੀ ਆ। ਹੁਣ ਵੀ ਲੋਕ ਪੁੱਛ ਰਹੇ ਆ, ਮੀਡੀਆ ਵੀ ਪੁੱਛ ਰਿਹਾ, ਪੁਲਿਸ ਨੂੰ ਇੰਟਰਵਿਊ ਕਰ ਕਰਕੇ ਪੁੱਛ ਰਿਹਾ। वो कहते जी हाँ जी इंतजाम तो ठीक था, ये होया वो होया, जो भी होया हम बख्शेंगे नहीं, समय हम पड़ताल कर रहे हैं किसका क्या हुआ, जो एक स्टैंडर्ड हुंदा। पड़ताल की करनी आ ਤੁਸੀਂ ਆਪਣੀ ਇਹ ਚਾਹੀਦਾ ਹੈ ਕਿ ਤੁਰੰਤ ਵਿਜ ਉਹਨਾਂ ਦਾ ਬਿਆਨ ਤੁਸੀਂ ਸੁਣ ਹੀ ਲਿਆ, ਹਾਂ ਜੀ ਸਾਨੂੰ ਪਤਾ ਆ ਉਹਦਾ ਜੋ ਵੀ ਹੈ ਹਮ ਵੀ ਬਖਸ਼ेंगे। ਬਖਸ਼ਣਾ ਕੀ ਹੈ, ਤੁਸੀਂ ਕੀ ਬੰਦੇ ਲਿਆਓਗੇ ਦੁਬਾਰਾ, ਕੀ ਬਖਸ਼ ਕੇ ਕਰੋਗੇ? ਸ਼ਰਮ ਵੀ ਨਹੀਂ ਆਉਂਦੀ ਸਾਡੇ ਕਿਸੇ ਪੋਲੀਟੀਸ਼ੀਅਨ ਨੂੰ ਕਿ ਜਿਹੜੇ ਬੰਦੇ ਮਾਰੇ ਗਏ, ਜਿਨ੍ਹਾਂ ਦੇ ਘਰ ਉੱਜੜ ਗਏ, ਉਹਨਾਂ ਦਾ ਤੁਸੀਂ ਕੀ ਕਰੋਗੇ? ਜ਼ਿਆਦਾ ਤੋਂ ਜ਼ਿਆਦਾ ਪੈਸੇ ਦੇ ਦੋਗੇ, ਪਰ ਉਹ ਬੰਦਾ ਤੇ ਨਹੀਂ ਆਊਗਾ। ਤੁਸੀਂ ਕੀ ਇੰਤਜ਼ਾਮ ਕੀਤਾ? ਕਿਉਂ ਨਹੀਂ ਉਹ ਡੀਸੀ ਨੂੰ ਤੇ ਸਾਰੇ ਬੰਦਿਆਂ ਨੂੰ ਤੇ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਦੀ ਉੱਥੇ ਜ਼ਿੰਮੇਵਾਰੀ ਸੀ ਉਹਨਾਂ ਦੀਆਂ ਫੀਤੀਆਂ ਲਾਉਂਦੇ, ਉਹਨਾਂ ਨੂੰ ਨੌਕਰੀਆਂ ਬਾਹਰ ਕਰਦੇ, ਤਾਂ ਕਿ ਗਾਂ ਤੇ ਇੱਕ ਕੰਨ ਹੋ ਜਾਏ ਕਿ ਇਹ ਕੰਮ ਅਸੀਂ ਦੇਸ਼ ਦੇ ਅੰਦਰ ਨਹੀਂ ਹੋਣ ਦੇਣਾ। ਪਰ ਕਿਉਂਕਿ ਇੱਕ ਸਕੀਮ ਦੇ ਅੰਦਰ, ਇੱਕ ਸੋਚ ਦੇ ਅੰਦਰ, ਇੱਕ ਤੈਅਸ਼ੁਦਾ ਲਕਸ਼ ਦੇ ਅੰਦਰ ਇਹੋ ਜਿਹੀਆਂ ਚੀਜ਼ਾਂ ਘਟਨਾਵਾਂ ਹੁੰਦੀਆਂ ਆ, ਤਾਂ ਕੁਦਰਤੀ ਆ ਕਿ ਫਿਰ ਉਸ ਦੇ ਜਿਹੜੇ ਇੰਤਜ਼ਾਮ ਉਹਨੂੰ ਰੋਕਣ ਦੇ ਤਾਂ ਉਹੋ ਜਿਹੇ ਹੀ ਹੋਣਗੇ, ਵਿਛੀ-ਵਾਛੀ ਹੋਣਗੇ, ਤੇ ਫਿਰ ਉਹਦੀਆਂ ਜਿਹੜੀਆਂ ਬਾਅਦ 'ਚ ਰਿਪੋਰਟਾਂ ਆਉਣਗੀਆਂ, ਉਹਦੀਆਂ FIRਾਂ ਦਰਜ ਹੋਣਗੀਆਂ, ਉਹਦੇ 'ਚ ਜੋ ਨਿਕਲੂਗਾ ਉਹ ਵੀ ਜਿਹੋ ਜਿਹਾ ਨਿਕਲੂਗਾ। ਉਹ ਤਾਂ ਜਿਸ ਤਰ੍ਹਾਂ ਦੇ ਦੰਗੇ ਰੋਕੇ ਗਏ ਉਹੋ ਜਿਹੇ ਉੱਥੇ ਇਨਸਾਫ ਬਾਅਦ ਵਿੱਚ ਮਿਲ ਜੂਗਾ। ਇਹ ਇੱਕ ਬਹੁਤ ਦੁਖਦਾਈ ਪਾਰਟ ਹੈ। ਮੈਂ ਤੁਹਾਨੂੰ ਤਿੰਨੇ ਘਟਨਾਵਾਂ ਤਾਂ ਸੁਖਵਿੰਦਰ ਤੁਸੀਂ ਸਵਾਲ ਜਿੰਨੇ ਕਰਨੇ ਕਰ ਲਿਓ। ਜਿਹੜਾ ਜੈਪੁਰ ਤੋਂ ਮੁੰਬਈ ਨੂੰ ਐਕਸਪ੍ਰੈਸ ਟ੍ਰੇਨ ਜਾ ਰਹੀ ਸੀ, ਜੋ ਉਹਦੇ 'ਚ ਹੋਇਆ, ਉਹ ਇਸ ਤੋਂ ਵੀ ਭਿਆਨਕ ਤੇ ਇੱਕ ਉਹਦਾ ਅਖੀਰਲਾ ਰੂਪ ਆ ਇਹਨਾਂ ਗੱਲਾਂ ਦਾ। ਹੁਣ RPF ਦਾ ਮਤਲਬ ਹੈ ਕਿ ਰੇਲਵੇ ਪ੍ਰੋਟੈਕਸ਼ਨ ਫੋਰਸ, ਠੀਕ? ਉਹਦਾ ਮਤਲਬ ਇਹ ਕਿ ਉਹਨਾਂ ਨੇ ਰੇਲਵੇ ਦੀ ਪ੍ਰਾਪਰਟੀ ਨੂੰ ਬਚਾਉਣਾ, ਲੋਕਾਂ ਦੀ ਸੁੱਖ ਸੁਵਿਧਾ ਦੇਖਣੀ ਆ, ਗੱਡੀਆਂ ਨੂੰ ਬਚਾਉਣਾ, ਕੋਈ ਉਹਨਾਂ ਨੂੰ ਨੁਕਸਾਨ ਨਾ ਪਹੁੰਚਾਏ, ਤੇ ਉਹ ਰੇਲਵੇ ਵੱਲੋਂ ਇੱਕ ਪੇਮੈਂਟ ਕੀਤੀ ਜਾਂਦੀ ਹੈ ਪੂਰੀ। ਉਹ ਜਿਸ ਤਰ੍ਹਾਂ ਬਾਕੀ ਪੁਲਿਸ ਹੈ ਸਿਵਲ ਦੀ, ਉਸ ਕਿਸਮ ਦੀ ਉਹ ਪੁਲਿਸ ਹੈਗੀ, ਰੇਲਵੇ ਪੁਲਿਸ ਹੈਗੀ। 3 ਬੰਦੇ ਡੱਬੇ ਦੇ ਵਿੱਚ ਬੈਠੇ, ਮੈਂ ਮੀਡੀਆ ਦੀਆਂ ਗੱਲਾਂ ਕਰ ਰਿਹਾ ਆ, ਉਹ 4PM ਸ਼ਾਇਦ ਕੋਈ ਚੈਨਲ ਸੀਗਾ, ਉਹਦੇ ਤੋਂ ਮੈਂ ਸੁਣੀ ਉਹ ਇੰਟਰਵਿਊ ਬਕਾਇਦਾ। ਉਹਦੇ ਵਿੱਚ ਉਹ ਇਹ ਦੱਸ ਰਹੀ ਆ ਗੁੜੀਆ, ਜਿਹੜੀ ਉਹ ਐਂਕਰ ਹੈਗੀ ਆ, ਇੰਟਰਵਿਊ ਵੀ ਲੈ ਰਹੀ ਆ, ਵੀਡੀਓ ਵੀ ਦਿਖਾਉਂਦੀ ਹੈ ਜਿਹੜੀ ਉੱਥੇ ਕਿਸੇ ਨੇ ਰਿਕਾਰਡ ਕੀਤੀ, ਸੁਣ ਰਹੀ ਹੈ ਕਿ ਜਿਹੜਾ ਇਨਸਾਨ ਬਾਅਦ 'ਚ ਫੜਿਆ ਗਿਆ, RPF ਦਾ ਜਵਾਨ ਜਾਂ ਜਿਹੜਾ ਉਹਨਾਂ ਦਾ EMPLOYE, ਉਹ 3 ਮੁਸਲਿਮ ਬੰਦੇ ਹੈਗੇ ਆ, ਉਹਨਾਂ ਨੂੰ ਕੁਛ ਬੁਰਾ ਭਲਾ ਬੋਲ ਰਿਹਾ ਹੈ, ਤੇ ਉਸ ਦੇ ਆਪਣੇ ਹੀ ਕਲੀਗ ਨੇ ਇਸ ਗੱਲ ਨੂੰ ਰੋਕਿਆ ਕਿ ਆਪਾਂ ਨੂੰ ਇਹ ਸੋਭਦਾ ਨਹੀਂ, ਉਹ ਯਾਤਰੀ ਆ, ਸਾਡਾ ਇਹ ਕੰਮ ਨਹੀਂ ਹੈ। ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਆਪਣੀ ਜਾਨ ਗਵਾਉਣੀ ਪਈ। ਤੇ ਫਿਰ ਜਿਹੜੇ ਉਹ 3 ਬੰਦੇ ਆ, ਉਹਨਾਂ ਦਾ ਵੀ ਉਹਨਾਂ ਨੂੰ ਜਾਨ ਗਵਾਉਣੀ ਪਈ, ਇਹ ਕਹਿ ਕੇ ਕਿ ਇਹ ਲੋਕਾਂ ਦੇ ਪਾਕਿਸਤਾਨੀ ਕਨੈਕਸ਼ਨ ਆ, ਫਲਾਨਾ ਟਮਕਾਣਾ।
ਜੇ ਕਿਸੇ ਨੇ ਇੱਥੇ ਜੀਣਾ ਤਾਂ ਫਿਰ ਉਹ ਯੋਗੀ ਤੇ ਮੋਦੀ ਉਹਨਾਂ ਦੇ ਨਾਲ ਰਹਿ ਕੇ ਤੇ ਉਹਨਾਂ ਦੀ ਜੈ ਜੈਕਾਰ ਕਰਕੇ ਹੀ ਜੀ ਸਕਦੇ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਸਾਡੀਆਂ ਲਾਅ ਐਂਡ ਆਰਡਰ ਦੀਆਂ ਜਿਹੜੀਆਂ ਫੋਰਸ ਜਿਨ੍ਹਾਂ ਨੇ ਇੱਥੇ ਦੇਸ਼ ਦੇ ਵਿੱਚ ਕਾਨੂੰਨ ਦੀ ਮਰਿਆਦਾ ਰੱਖਣੀ ਆ, ਸ਼ਾਂਤੀ ਰੱਖਣੀ ਆ, ਭਾਈਚਾਰਾ ਬਣਾ ਕੇ ਰੱਖਣਾ, ਜਦ ਉਹ ਦੰਗਾਈਆਂ ਦੇ ਨਾਲ ਹੋ ਜਾਣਗੇ, ਇੱਕ ਖਾਸ ਫਿਰਕੇ ਦੇ ਨਾਲ ਹੋ ਜਾਣਗੇ, ਜਾਂ ਇੱਕ ਖਾਸ ਵਿਚਾਰਧਾਰਾ ਦੇ ਨਾਲ ਜੁੜ ਜਾਣਗੇ, ਜਾਂ ਇੱਕ ਖਾਸ ਲੀਡਰਾਂ ਦੇ ਹੱਥ ਟੋਕੇ ਬਣ ਜਾਣਗੇ, ਉਹਨਾਂ ਦੇ ਅਪੰਛਕ ਤੇ ਭਗਤ ਬਣ ਜਾਣਗੇ, ਫਿਰ ਤੁਸੀਂ ਇਸ ਦੇਸ਼ ਨੂੰ ਇਕੱਠਿਆਂ ਨਹੀਂ ਰੱਖ ਸਕਦੇ। ਔਰ ਇਹ ਦੇਸ਼ ਜਿਹੜਾ ਸਦੀਆਂ ਤੋਂ ਇਕੱਠਾ ਰਹਿੰਦਾ ਆਇਆ, ਲੋਕ ਆਪਣੀ ਬੁੱਧੀ ਦੇ ਨਾਲ, ਲੋਕ ਆਪਣੀ ਸਮਝ ਦੇ ਨਾਲ, ਇਹ ਸਮਝ ਕੇ ਕਿ ਜੇ ਮੈਨੂੰ ਆਪਣਾ ਧਰਮ ਪਿਆਰਾ ਤੇ ਮੇਰੇ ਗੁਆਂਢੀ ਨੂੰ ਵੀ ਆਪਣਾ ਧਰਮ ਪਿਆਰਾ, ਉਹ ਆਪਣਾ ਕਰੀ ਜਾਏ, ਮੈਂ ਆਪਣਾ ਕਰੀ ਜਾਵਾਂ, ਇਸੇ ਤਰੀਕੇ ਨਾਲ ਇਹ ਦੇਸ਼ ਚੱਲਿਆ। ਹੁਣ ਜਦੋਂ ਅਸੀਂ ਇੱਕ ਨੂੰ ਮਾੜਾ ਤੇ ਇੱਕ ਨੂੰ ਚੰਗੇ ਦੀ ਭਾਸ਼ਾ ਦੇ ਵਿੱਚ ਪਰਿਭਾਸ਼ਿਤ ਕਰਕੇ ਇੱਕ ਨੂੰ ਨੀਵਾਂ ਦਿਖਾਉਣਾ, ਦੂਜੇ ਨੂੰ ਉੱਚਾ ਚੱਕਣਾ, ਤੇ ਇੱਕ ਨੂੰ ਨੀਵੇਂ ਵਾਲੇ ਨੂੰ ਕਹਿਣਾ ਕਿ ਤੂੰ ਮੇਰੇ ਧਰਮ ਦੀ ਜੈ ਜੈਕਾਰ ਕਰ, ਨਹੀਂ ਤੇ ਮੈਂ ਤੇ ਤੈਨੂੰ ਧੂਲ ਚਟਾ ਦੂੰਗਾ, ਇਹ ਕੰਮ ਜਦੋਂ ਚੱਲੂਗਾ ਤਾਂ ਕੁਦਰਤੀ ਹੈ ਇਹਦੀ ਕੀਮਤ ਤੇ ਹੋਊਗੀ, ਬਹੁਤ ਵੱਡੀ ਸਿਵਲ ਵਾਰ ਵਰਗੀ ਸਿਚੁਏਸ਼ਨ ਤੇ ਬਣੂਗੀ। ਪਾਕਿਸਤਾਨ ਜਦੋਂ ਬਣਿਆ, ਜਿਸ ਕਿਸਮ ਨਾਲ ਪੰਜਾਬ 'ਚ ਹੋਇਆ, ਉਹ ਪੂਰੇ ਦੇਸ਼ ਵਿੱਚ ਹੋਣ ਦੀਆਂ ਕਾਫੀ ਇਹੋ ਜਿਹੀ ਇੰਝ ਕਹਿ ਲਓ ਕਿ ਡਰ ਹੈ, ਭੈ ਹੈ ਇਸ ਹਾਲਾਤ ਦੇ ਵਿੱਚ। ਉਸ ਗੱਲ ਦਾ ਕਾਫੀ ਸਾਨੂੰ ਭੈ ਲੱਗਦਾ, ਕਿਉਂਕਿ ਜਿੰਨੀ ਜ਼ਹਿਰ, ਜਿੰਨੀ ਨਫ਼ਰਤ, ਜਿੰਨਾ ਇਹੋ ਜਿਹੀਆਂ ਬਾਰੂਦ, ਜਿੰਨੇ ਲੋਕਾਂ ਨੂੰ ਲਗਾਤਾਰ ਬੋਲ ਕੇ ਮੀਡੀਆ ਨੇ ਵੀ ਇੱਕ ਖਾਸ ਮੀਡੀਆ ਨੇ, ਖਾਸ ਕਰਕੇ ਇੱਕ ਖਾਸ ਸੋਸ਼ਲ ਮੀਡੀਆ ਨੇ ਵੀ ਉਹਦੇ 'ਚ ਅਹਿਮ ਭੂਮਿਕਾ ਨਿਭਾਈ ਹੈ। ਲੋਕਾਂ ਨੂੰ, ਨੌਜਵਾਨਾਂ ਨੂੰ, ਬੇਰੁਜ਼ਗਾਰ ਨੌਜਵਾਨਾਂ ਨੂੰ, ਹੋਰਨਾਂ ਨੂੰ, ਵੇਲੜਾਂ ਨੂੰ ਇਸ ਤਰ੍ਹਾਂ ਦੀ ਫੌਜ ਤੇ ਮਾਨਸਿਕਤਾ ਤਿਆਰ ਕਰਕੇ ਕਿ ਜਿਹੜੇ ਹੁਣ ਕੋਈ ਵੀ ਵੱਡੀ ਇਹੋ ਜਿਹੀ ਮੰਦਭਾਗੀ ਆਪਸੀ ਫਿਰਕੇ ਦੀ ਕੋਈ ਖਹਿਬਾਜ਼ੀ ਹੁੰਦੀ ਆ, ਜਾਂ ਪੱਥਰਬਾਜ਼ੀ ਹੁੰਦੀ ਆ, ਜਾਂ ਲੜਾਈ ਝਗੜੇ ਹੁੰਦੇ ਆ, ਉਹ ਇੱਕ ਧਿਰ ਦੀ ਸੈਨਾ ਵਾਂਗੂ ਕੰਮ ਕਰੂਗੀ। ਪਹਿਲਾਂ ਤੋਂ ਲੰਬੀ ਦੇਰ ਤੋਂ ਉਹਨਾਂ ਨੂੰ ਮਾਨਸਿਕ ਤੌਰ ਤੇ ਤਿਆਰ ਕੀਤਾ ਜਾ ਰਿਹਾ, ਜਿਹੜੇ ਕਿ ਹੁਣ ਆਪਣੇ ਕਰਤੱਵ ਉਸ ਜਗ੍ਹਾ ਤੇ ਦਿਖਾਲਣਗੇ। ਤੇ ਇੱਕ ਗੱਲ ਸਮਝ ਲਓ ਕਿ ਜਦੋਂ ਲੜਾਈ ਹੁੰਦੀ ਹੈ, ਜਦੋਂ ਦੰਗੇ ਹੁੰਦੇ ਆ, ਉਹਦੇ 'ਚ ਕਮਜ਼ੋਰ ਕੋਈ ਨਹੀਂ ਹੁੰਦਾ, ਉਦੋਂ ਸਾਰੇ ਹੀ ਤਕੜੇ ਹੁੰਦੇ ਆ। ਆਪਾਂ ਜਿਨ੍ਹਾਂ ਨੇ ਭੁਗਤਿਆ, ਸਾਨੂੰ ਸਾਰਾ ਪਤਾ ਕਿ ਕਿੰਨੇ ਮੁਸਲਮਾਨ ਮਾਰੇ ਗਏ ਔਰ ਕਿੰਨੇ ਸਿੱਖ ਤੇ ਪੰਜਾਬੀ ਮਾਰੇ ਗਏ। ਉਹ ਸਾਰੇ ਹੀ ਪੰਜਾਬੀ ਸੀ ਆਪਸ ਵਿੱਚ, ਜਿਹੜੇ ਪੰਜਾਬੀਆਂ ਨੇ ਪੰਜਾਬੀਆਂ ਨੂੰ ਮਾਰਿਆ। ਹੁਣ ਵੀ ਇਹ ਦੇਸ਼ ਵਾਸੀਆਂ ਨੂੰ ਮਾਰਨ ਲਈ ਨਾ ਚੱਲ ਪੈਣ, ਇਹਦੇ ਲਈ ਸਾਡੇ ਪ੍ਰਧਾਨ ਮੰਤਰੀ ਨੂੰ, ਹੋਮ ਮਿਨਿਸਟਰ ਨੂੰ ਬਿਆਨ ਦੇਣੇ ਚਾਹੀਦੇ ਆ, ਔਰ ਗਾਂ ਤੋਂ ਪਾਰਲੀਮੈਂਟ ਵਿੱਚ ਸਟੇਟਮੈਂਟ ਦੇਣੀ ਚਾਹੀਦੀ ਆ ਕਿ ਕੋਈ ਵੀ ਦੰਗਾ ਹੈ, ਜੇ ਉਸਨੇ ਕਾਨੂੰਨ ਤੋੜ ਕੇ ਇਹੋ ਜਿਹੀ ਕੋਈ ਦੁਬਾਰਾ ਮੰਦਭਾਗੀ ਅੱਗ ਲਾਊ ਘਟਨਾ ਆਪਸ ਵਿੱਚ ਛੇੜੀ, ਜਿਹੜਾ ਵੀ ਜ਼ਿੰਮੇਵਾਰ ਹੋਊਗਾ, ਉਹ ਘੱਟ ਗਿਣਤੀ ਵਾਲੇ ਹੋਣ, ਉਹ ਬਹੁ ਗਿਣਤੀ ਵਾਲੇ ਹੋਣ, ਉਹ ਕੁਛ ਬਜਰੰਗ ਦਲੀਏ ਹੋਣ, ਜਾਂ ਕੋਈ ਮੁਸਲਿਮ ਲੀਗੀਏ ਹੋਣ, ਜਾਂ ਕੋਈ ਫਰਕ ਨਹੀਂ ਪੈਂਦਾ, ਜਿਨਨੇ ਵੀ ਮਾਨਵਤਾ ਨੂੰ ਸ਼ਰਮਸ਼ਾਰ ਕਰਨ ਦੀ ਕੋਸ਼ਿਸ਼ ਕੀਤੀ, ਮਾਲ ਤੇ ਜਾਨ ਮਾਲ ਦੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ, ਚੰਗੇ ਭਲੇ ਬੇਵਸ ਲੋਕਾਂ ਨੂੰ ਤੁਸੀਂ, ਜਿਹੜੇ ਬੇਗੁਨਾਹ ਲੋਕ ਆ, ਉਹਨਾਂ ਨੂੰ ਤੁਸੀਂ ਆਪਣੀ ਇਸ ਅੱਗ ਦਾ ਸ਼ਿਕਾਰ ਬਣਾਉਂਦੇ ਆ। ਕਿੰਨੀ ਪ੍ਰਾਪਰਟੀ ਫੂਕੀ ਗਈ, ਲੋਕ ਮਾਰੇ ਗਏ। ਰਾਇਟਰ ਦੀ ਮੈਂ ਹੁਣੇ ਰਿਪੋਰਟ ਦੇਖ ਰਿਹਾ ਸੀਗਾ ਕਿ ਨੂਹ ਦੇ ਵਿੱਚ 5 ਲੋਕ ਮਾਰੇ ਗਏ ਆ, ਜਿਨ੍ਹਾਂ ਚੋਂ 2 ਤੇ ਹੋਮਗਾਰਡ ਦੇ ਲੋਕ ਹੀ ਆ, ਜਿਹੜੇ ਉੱਥੇ ਪ੍ਰੋਟੈਕਸ਼ਨ ਲਈ ਨਾਲ ਲੱਗੇ ਸੀ। ਇੱਥੇ ਹੀ ਇਹਨੂੰ ਨਾ ਰੋਕਿਆ ਤਾਂ ਫਿਰ ਜੋ ਰਾਹੁਲ ਗਾਂਧੀ ਕਹਿੰਦੇ, ਤੁਸੀਂ ਸ਼ਾਇਦ ਉਹ ਸਵਾਲ ਪੁੱਛਣਾ ਵੀ ਹੋਵੇ, ਉਹ ਉਹਨਾਂ ਦਾ ਟਵੀਟ ਤੋਂ ਇਹੀ ਲੱਗਦਾ ਕਿ ਦੇਸ਼ ਦੇ ਵਿੱਚ ਨਫ਼ਰਤ ਦਾ ਕੈਰੋਸੀਨ ਵੰਡਿਆ ਜਾ ਰਿਹਾ। ਮੈਂ ਇਹ ਕਹਿਣਾ ਕਿ ਦੇਸ਼ ਦੇ ਵਿੱਚ ਬਿਲਕੁਲ ਬਲਾਸਟਿਕ ਮਾਈਨਸ ਜਗ੍ਹਾ ਜਗ੍ਹਾ ਦੱਬੀਆਂ ਜਾ ਰਹੀਆਂ, ਤੇ ਜੇ ਚੰਗੇ ਲੋਕ ਤਾਂ ਕਿ ਆਪਣੇ ਘਰੋਂ ਬਾਹਰ ਨਿਕਲਣਗੇ ਤਾਂ ਜ਼ਰੂਰੀ ਨਹੀਂ ਕਿ ਉਹ ਘਰ ਵਾਪਸ ਆਉਣ, ਕਿਹੜੇ ਵੇਲੇ ਕਿਹੜੀ ਮਾਈਨ ਦੇ ਉੱਤੇ ਉਹ ਪੈਰ ਉਹਨਾਂ ਦਾ ਆਜੂ ਤੇ ਆਪਣੀ ਜਾਨ ਗਵਾ ਬੈਠਣਗੇ। ਇਹੋ ਜਿਹੀ ਹਾਲਾਤ ਆਪਣੇ ਹੀ ਦੇਸ਼ ਦੇ ਵਿੱਚ ਵਾਰ ਵਾਲੀ, ਬਾਰਡਰ ਵਾਲੀ ਸਿਚੁਏਸ਼ਨ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਬਿਲਕੁਲ, ਜਿਉਂ-ਜਿਉਂ 2024 ਦੀ ਚੋਣ ਨੇੜੇ ਆ ਰਹੀ ਹੈ, ਲੋਕਾਂ ਨੂੰ ਜਿਹੜਾ ਉਹ ਹੋਰ ਵਧੇਰੇ ਸੁਚੇਤ ਰਹਿਣਾ ਚਾਹੀਦਾ ਹੈ ਕਿ ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਮਾਣ। ਜਿਵੇਂ ਜੋ ਕੁਝ ਚੱਲ ਰਿਹਾ, ਤੁਸੀਂ ਦਿੱਲੀ 'ਚ ਦੇਖਿਆ, ਸ਼ਾਹੀਨ ਬਾਗ, ਮਣੀਪੁਰ ਚੱਲ ਰਿਹਾ, ਜੰਮੂ ਕਸ਼ਮੀਰ 'ਚ ਜੋ ਕੁਝ ਵਾਪਰਦਾ, ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਘੱਟ ਗਿਣਤੀ ਬਨਾਮ ਬਹੁ ਗਿਣਤੀ ਬਣਾਇਆ ਜਾ ਰਿਹਾ। ਜੇ ਹਰਿਆਣੇ ਦੇ ਵਿੱਚ ਇਹ ਪਹੁੰਚ ਚੁੱਕਿਆ ਤੇ ਪੰਜਾਬ ਵਾਲਿਆਂ ਨੂੰ ਵੀ ਥੋੜਾ ਸਾਵਧਾਨ, ਹੋਰ ਵਧੇਰੇ ਸਾਵਧਾਨ ਹੋਣ ਦੀ ਲੋੜ ਹੈ
ਕਿ ਇਹਨਾਂ ਸਾਰੀਆਂ ਇਹੋ ਜਿਹੀਆਂ ਤਾਕਤਾਂ ਦੇ ਨਾਲ ਕਿਸ ਤਰੀਕੇ ਨਾਲ ਨਜਿੱਠਿਆ ਜਾਵੇ। ਪ੍ਰੋਫੈਸਰ ਸਾਹਿਬ, ਮੈਂ ਉਸ ਗੱਲ ਨੂੰ ਫਿਰ ਅੱਗੇ ਤੋਰਦਾ। ਮੈਂ ਮੁੱਢ ਦੇ ਵਿੱਚ ਵੈਸੇ ਜ਼ਿਕਰ ਕੀਤਾ ਸੀ ਕਿ ਮਣੀਪੁਰ ਦਾ ਮਾਮਲਾ ਮਾਣਯੋਗ ਸੁਪਰੀਮ ਕੋਰਟ ਨੇ ਕੀ ਕਿਹਾ, ਤੇ ਮੋਦੀ ਸਾਹਿਬ ਕਹਿੰਦੇ ਹੁਣ 8 ਅਗਸਤ ਨੂੰ ਅਗਲੇ ਹਫਤੇ ਮੰਗਲਵਾਰ ਨੂੰ ਇਹਦੇ ਉੱਤੇ ਹੁਣ ਬੇਭਰੋਸਗੀ ਮਤੇ ਦੇ ਉੱਤੇ ਚਰਚਾ ਸ਼ੁਰੂ ਹੋਣੀ ਹੈ, ਤੇ 10 ਅਗਸਤ ਨੂੰ ਉਹ ਜਵਾਬ ਦੇਣਗੇ ਸੰਸਦ ਦੇ ਵਿੱਚ ਆ ਕੇ। ਮਤਲਬ ਇਹਦੇ ਉੱਤੇ 8-9 ਦਿਨ ਪਏ ਨੇ, ਤੇ ਉਹਨਾਂ ਦਿਨਾਂ ਦੇ ਦੌਰਾਨ ਕੀ ਵਾਪਰਨਾ ਜੋ ਸੁਪਰੀਮ ਕੋਰਟ ਨੇ ਕਿਹਾ, ਫਿਰ ਅੱਗੋਂ ਸੋਮਵਾਰ ਫਿਰ ਸੁਣਵਾਈ ਹੋਣੀ ਹੈ, ਉਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਦੇਖੋ, ਸੁਪਰੀਮ ਕੋਰਟ ਨੇ ਬੜਾ ਕਲੀਅਰਲੀ ਸਟੈਂਡ ਲਿਆ ਕਿ ਉੱਥੋਂ ਦੀ ਸਰਕਾਰ ਦਾ ਫੇਲਰ ਆ, ਪੁਲਿਸ ਦਾ ਬਹੁਤ ਫੇਲਰ ਆ। ਡੀਜੀਪੀ ਨੂੰ ਕਿਹਾ ਕਿ ਤੁਸੀਂ ਇੱਥੇ ਕੋਰਟ ਦੇ ਵਿੱਚ ਪੇਸ਼ ਹੋ, ਜਾਣੀ ਲਤਾੜਿਆ ਜੇ ਇੰਜ ਕਹਿ ਲਓ। ਤੇ ਉਹਨਾਂ ਨੇ ਕਿਹਾ ਕਿ ਯਾਰ ਹੱਦ ਹੋ ਗਈ ਆ, 4 ਤਰੀਕ ਨੂੰ ਐਡਾ ਵੱਡਾ ਉੱਥੇ ਕ੍ਰਾਈਮ ਹੁੰਦਾ, ਵੀਡੀਓ ਬਣਦੀਆਂ, ਤੇ ਪੁਲਿਸ ਨੂੰ ਤੇ ਇਸ ਗੱਲ ਦੀ ਖਬਰ ਸੀ, ਤੁਸੀਂ ਉਹਦੀ FIR ਦਰਜ 18 ਤਰੀਕ ਨੂੰ ਕਰਦੇ। ਇਹ ਕਿਵੇਂ ਹੋਇਆ? ਇਸ ਕਰਕੇ ਇਹਨਾਂ ਗੱਲਾਂ ਦਾ ਕੋਈ ਸਰਕਾਰ ਕੋਲ ਜਵਾਬ ਨਹੀਂ। ਇਹ ਤੇ ਜੇ ਵੀਡੀਓ 19 ਤਰੀਕ ਨੂੰ ਪਿਛਲੇ ਮਹੀਨੇ ਦੀ 19 ਤਰੀਕ ਨੂੰ ਨਾ ਸਾਹਮਣੇ ਆਉਂਦੀ ਤਾਂ ਇਹ ਗੱਲਾਂ ਟੱਕੀਆਂ ਹੀ ਰਹਿ ਜਾਣੀਆਂ ਸੀ, ਕਿਉਂਕਿ ਇੰਟਰਨੈਟ ਤੇ ਮੀਡੀਆ ਉੱਥੇ ਤੇ ਕੋਈ ਪਤਾ ਹੀ ਨਹੀਂ, ਕੋਈ ਨਾ ਕੋਈ ਡਰਦਾ ਜਾਂਦਾ, ਨਾ ਕੋਈ ਉੱਥੋਂ ਬਾਹਰ ਖਬਰ ਆਉਂਦੀ। ਉਹ ਵਿਚਾਰੇ ਆਪਣੇ ਆਪ ਹੀ ਬੈਠੇ ਉੱਥੇ ਆਪਸ ਵਿੱਚ ਹੀ ਸੰਤਾਪ ਭੁਗਤ ਰਹੇ, ਆਪਣੀ ਡਿਫੈਂਸ ਕਮੇਟੀਆਂ ਬਣਾਈਆਂ ਹੋਈਆਂ। ਇਸ ਲਈ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਸਰਕਾਰ ਦਾ ਇੱਕ ਕਿਸਮ ਦਾ ਅਵੇਸਲੇਪਣ ਨੇ ਇਹ ਸਾਰਾ ਕੁਝ ਹੋਣ ਦਿੱਤਾ। ਉਹ ਤੇ ਹੁਣ ਖਾਸੇ ਤੇਵਰ ਸੁਪਰੀਮ ਕੋਰਟ ਦੇ ਇਸ ਵੇਲੇ ਇਸ ਗੱਲ ਤੇ ਤਿੱਖੇ ਆ, ਤੇ ਉਹਨਾਂ ਨੇ ਕਿਹਾ ਕਿ 24 ਘੰਟਿਆਂ ਦੇ ਅੰਦਰ ਅੰਦਰ ਸਾਨੂੰ ਸਾਰਾ ਜਿਹੜਾ ਵੀ ਰਿਕਾਰਡ ਨਹੀਂ ਹੈ ਉਹ ਸਾਰਾ ਲਿਆ ਕੇ ਦਿਓ। ਕੁਛ ਉੱਥੇ ਰਿਕਾਰਡ ਸਰਕਾਰ ਵੱਲੋਂ ਦਿੱਤਾ ਵੀ ਗਿਆ, ਜਿਹੜਾ ਨਹੀਂ ਹੈ ਤੇ ਉਹ ਉਹਨਾਂ ਨੂੰ ਸਮਨ ਕੀਤਾ। ਇਸ ਗੱਲ ਕਰਕੇ ਮੋਦੀ ਜੀ ਦੀਆਂ ਪ੍ਰੋਬਲਮਾਂ ਜ਼ਰੂਰ ਹੋਰ ਵੱਧ ਰਹੀਆਂ। ਇੱਕ ਪਾਸੇ ਤੇ 21 ਲੋਕਾਂ ਦਾ ਉੱਥੋਂ ਵਿਰੋਧੀ ਪਾਰਟੀਆਂ ਦੇ ਜਿਹੜਾ INDIA ਆ ਉਹਨਾਂ ਦੀ ਰਿਪੋਰਟ ਉੱਥੇ ਆ ਗਈ ਆ, ਉਹ ਖੁਦ ਲੋਕਾਂ ਨੂੰ ਮਿਲ ਕੇ ਆ ਗਏ ਆ। ਉਹ ਇਸ ਗੱਲ ਦਾ ਰਿਪੋਰਟ ਦਿੱਤੀ ਹੋਊਗੀ, ਪਾਰਲੀਮੈਂਟ ਦੇ ਵਿੱਚ ਦਿੱਤੀ ਹੋਊਗੀ, ਕਹਿ ਰਹੇ ਸੀਗੇ ਕਿ ਅਸੀਂ ਪਾਰਲੀਮੈਂਟ ਦੇ ਵਿੱਚ ਰਿਪੋਰਟ ਜ਼ਰੂਰ ਸਬਮਿਟ ਕਰਾਂਗੇ ਜਾਂ ਡਿਸਕਸ ਕਰ ਲੈਣਗੇ। ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੈਗੀ, ਸੁਪਰੀਮ ਕੋਰਟ ਤੇ ਜੋ ਕਰਨਾ ਉਹ ਤੇ ਆਪਣਾ ਰੋਲ ਅਹਿਮ ਭੂਮਿਕਾ ਨਿਭਾ ਹੀ ਰਹੀ ਹੈ, ਔਰ ਬੜੀ ਪੋਜ਼ਿਟਿਵ ਭੂਮਿਕਾ ਨਿਭਾ ਰਹੇ ਆ, ਤਾਂ ਕਿ ਸਰਕਾਰਾਂ ਥੋੜ੍ਹੀਆਂ ਜਿਹੀਆਂ ਹੋਸ਼ ਵਿੱਚ ਆ ਜਾਣ। ਪ੍ਰਧਾਨ ਮੰਤਰੀ ਮੈਂ ਦੇਖਿਆ ਕਿ ਪੂਨੇ ਦੇ ਵਿੱਚ ਕੋਈ ਪਾਠ ਪੂਜਾ ਕਰ ਰਹੇ ਸੀਗੇ। ਜ਼ਰੂਰ ਕਰਨ, ਸਵੇਰੇ ਸਵੇਰ ਕਰ ਲਿਆ ਕਰਨਾ, ਚੁੱਪ ਕਰਕੇ। ਮੀਡੀਆ ਜ਼ਰੂਰੀ ਨਾਲ ਲਿਜਾਣਾ, ਅਸੀਂ ਵੀ ਸਾਰੇ ਪੂਜਾ ਕਰਦੇ ਹਾਂ, ਹੋਰ ਵੀ ਕਰਦੇ ਆ, ਜਿਹਨੇ ਪਾਠ ਕਰਨਾ ਪਾਠ ਕਰਦਾ। ਤੁਸੀਂ ਨਾਲ ਬਾਹਰ ਮੀਡੀਆ ਦੀ ਟੀਮ ਲਿਆ ਕੇ ਕਰਦੇ ਵੀ ਆਹ ਸਾਡੀ ਸਾਰੀ ਖਬਰ ਚਲਾ ਦਿਓ। ਉਹ ਦੱਸਣਾ ਚਾਹੁੰਦੇ ਆ, ਉਹੀ ਏਜੰਡਾ ਹੈ ਜਿਹੜਾ ਰਾਹੁਲ ਗਾਂਧੀ ਕਹਿੰਦਾ ਕੈਰੋਸੀਨ ਵਾਲਾ, ਵੀ ਦੇਖੋ ਮੈਂ ਪ੍ਰਧਾਨ ਮੰਤਰੀ ਤੇ ਹੈਗਾ ਪਰ ਮੈਂ ਇੱਕ ਫਿਰਕੇ ਦਾ। ਕਿਉਂ ਬਾਰ-ਬਾਰ ਇੰਜ ਕਰਦੇ ਆ? ਇਹ ਕੋਈ ਚੰਗੀ ਗੱਲ ਹੈ? ਵੇ ਧਰਮ ਤੇ ਪ੍ਰਾਈਵੇਟ ਗੱਲ ਹੈ, ਤੁਹਾਨੂੰ ਤੇ ਵੈਸੇ ਹੀ ਨਹੀਂ ਕਿਸੇ ਮੀਡੀਆ ਨੂੰ ਜਾਂ ਵੀਡੀਓ ਉੱਥੇ ਬਣਾਉਣ ਨਹੀਂ ਦੇਣੀ ਚਾਹੀਦੀ ਹੈਗੀ, ਕਿਉਂਕਿ ਇਹ ਮੇਰਾ ਨਿੱਜੀ ਹੈਗਾ। ਮੈਂ ਐਜ਼ ਪ੍ਰਧਾਨ ਮੰਤਰੀ ਇੱਥੇ ਨਹੀਂ ਆਇਆ, ਔਰ ਮੈਨੂੰ ਇੱਕ ਚੰਗਾ ਲੱਗਦਾ, ਮੈਨੂੰ ਮੰਦਿਰ ਚ ਆ ਕੇ ਸ਼ਾਂਤੀ ਆਉਂਦੀ ਹੈ। ਠੀਕ ਹੈ, ਕੌਣ ਰੋਕਦਾ? ਚੰਗੀ ਗੱਲ ਹੈ। ਉਹ ਜਿਹੇ ਧਰਮਾਤਮਾ ਵਾਲੇ ਸਾਧੂ ਸੰਤਾਂ ਵਾਲੇ ਕੰਮ ਕਰੋ ਤੁਸੀਂ। ਸੋਚ ਦਾ ਤੇ ਕਰਮ ਦਾ ਤੇ ਜਿਹੜਾ ਬਾਹਰ ਪਖੰਡ ਲੱਗਦਾ ਹੈ, ਫਿਰ ਉਹਦਾ ਬਹੁਤ ਫਰਕ ਲੱਗਦਾ ਨਾ ਲੋਕਾਂ ਨੂੰ। ਇਹ ਪਖੰਡ ਬਣ ਕੇ ਰਹਿ ਜਾਂਦਾ। ਸਾਨੂੰ ਇਹ ਕਿ ਜਿੱਥੇ ਜਾਣਾ ਚਾਹੀਦਾ ਉਹ ਵੀ ਤਾਂ ਮੰਦਿਰ ਹੀ ਹੈ, ਜਿੱਥੇ ਮੱਥਾ ਟੇਕ ਕੇ ਉਹਦੀ ਸਰਦਲ ਦੇ ਉੱਤੇ ਤੁਸੀਂ ਅੰਦਰ ਗਏ ਸੀ। ਉਹ ਵੱਡੇ ਮੰਦਿਰ ਦੇ ਜਿਹੜਾ ਸਰਵ ਧਰਮਾਂ ਦਾ ਮੰਦਿਰ ਹੈਗਾ, ਉੱਥੇ ਤੇ ਤੁਸੀਂ ਮੂੰਹ ਨਹੀਂ ਦਿਖਾਉਂਦੇ, ਉੱਥੇ ਪਹੁੰਚਦੇ ਨਹੀਂ ਆ, ਲੁਕੇ ਫਿਰਦੇ ਆ, ਭੱਜੇ ਫਿਰਦੇ ਆ। ਹੁਣ ਕਿਤੇ ਉੱਥੇ ਕੋਈ ਚੀਜ਼ਾਂ ਦੀਆਂ ਇਨੈਗੂਰੇਸ਼ਨ ਕਰਨ ਜਾਣਾ ਸੀਗਾ, ਸ਼ਾਇਦ ਨਾਲ ਹੀ ਕੋਈ ਉਹਨਾਂ ਨੂੰ ਸਨਮਾਨਿਤ ਕਰਨਾ ਆ, ਉਹ ਲੈਣ ਜਾ ਰਹੇ ਆ। ਔਰ ਦੇਸ਼ ਦੀ ਹਾਲਾਤ ਕਿੱਧਰ ਨੂੰ ਤੁਰੀ ਜਾਂਦੀ ਆ ਵੀ ਪਤਾ ਨਹੀਂ। ਇਹ ਕਿਸ ਤਰੀਕੇ ਦਾ ਇਹਨਾਂ ਨੂੰ ਨੀਂਦ ਆਉਂਦੀ ਆ ਪ੍ਰਧਾਨ ਮੰਤਰੀ ਨੂੰ, ਕਿ ਜਦੋਂ ਐਡੀ ਵੱਡੀ ਗਿਣਤੀ ਦੇ ਸੰਸਦ ਰੋਜ਼ ਨਾਰੇ ਮਾਰ ਰਹੇ ਆ, ਰੋਜ਼ ਪ੍ਰਧਾਨ ਮੰਤਰੀ ਇੱਥੇ ਆਓ, ਪ੍ਰਧਾਨ ਮੰਤਰੀ ਪਾਰਲੀਮੈਂਟ ਚ ਆਓ, ਪ੍ਰਧਾਨ ਮੰਤਰੀ ਮਣੀਪੁਰ ਤੇ ਬਿਆਨ ਦਿਓ, ਰੋਜ਼ ਨਾਰੇ ਲੱਗਦੇ ਆ। ਜਾਣੀ ਬਾਰ-ਬਾਰ ਜਿਹੜਾ ਪੋਸਟਪੋਨ ਹੁੰਦਾ, ਸੈਸ਼ਨ ਸਸਪੈਂਡ ਹੁੰਦੇ ਆ। ਪ੍ਰਧਾਨ ਮੰਤਰੀ ਦੇ ਕੋਈ ਯਾਦ ਚੇਤੇ ਨਹੀਂ, ਉਹਨਾਂ ਨੂੰ ਛਿੱਤਰ ਤੇ ਯਾਦ ਆ। ਇਹ ਠੀਕ ਨਹੀਂ ਹੈਗਾ ਕਿਸੇ ਵੀ ਡੈਮੋਕ੍ਰੇਸੀ ਲਈ। ਪ੍ਰਧਾਨ ਮੰਤਰੀ ਸਾਡੇ ਦੇਸ਼ ਦਾ ਚਿਹਰਾ, ਸਾਰੀ ਦੁਨੀਆ ਪ੍ਰਧਾਨ ਮੰਤਰੀ ਨੂੰ ਜਾਣਦੀ ਹੈ, ਤੇ ਪ੍ਰਧਾਨ ਮੰਤਰੀ ਹੁਣ ਜੇ ਭੱਜੇ ਫਿਰਨਗੇ ਕਿੱਡੇ ਵੱਡੇ ਇਸ਼ੂ ਤੇ ਸ਼ਕਲ ਨਹੀਂ ਦਿਖਾ ਲੈਣਗੇ, ਲੋਕਾਂ 'ਚ ਖੜੇ ਹੋਣ ਦੀ ਹਿੰਮਤ ਨਹੀਂ ਦਿਖਾ ਲੈਣਗੇ, ਤਾਂ ਫਿਰ ਸਾਡੀ ਜਿਹੜੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਉਹਦੇ ਤੇ ਲੋਕਾਂ ਨੂੰ ਸ਼ੱਕ ਹੋਣ ਲੱਗ ਜਾਊ। ਪ੍ਰੋਫੈਸਰ, ਗੱਲ ਦਿੱਲੀ ਵਾਲੇ ਆਰਡੀਨੈਂਸ ਦੀ ਕਰਦੇ ਆ। ਉਹ ਜਿਹੜਾ ਪਾਰਲੀਮੈਂਟ ਦੇ ਵਿੱਚ ਬਿੱਲ ਪੇਸ਼ ਕਰ ਦਿੱਤਾ ਗਿਆ, ਹੁਣ ਉਹਦੇ ਤੇ ਚਰਚਾ ਹੋਣੀ ਹੈ। ਅੱਗੇ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਕੇਜਰੀਵਾਲ ਸਾਹਿਬ ਜਾਂ ਹੋਰ ਬਾਕੀ ਜਿਹੜੀਆਂ ਧਿਰਾਂ ਨੇ ਉਹ ਲਗਾਤਾਰ ਇਹਦਾ ਵਿਰੋਧ ਕਰ ਰਹੀਆਂ ਸੀਗੀਆਂ, ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜਾ ਕਿਹਾ
ਉਹਦੇ ਉੱਤੋਂ ਗੱਲਬਾਤ ਨੂੰ ਅਸੀਂ ਅੱਗੇ ਵਧਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਜਿਹੜੀ ਕੇਂਦਰ ਸਰਕਾਰ ਹੈ ਉਹ ਆਪਣੇ ਜੋ ਏਮ ਹੈ ਉਹਨਾਂ ਦਾ, ਜੋ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਸਰਕਾਰ ਦੇ ਉੱਤੇ ਆਪਣਾ ਕਬਜ਼ਾ ਜਮਾਉਣਾ ਚਾਹੁੰਦੇ ਨੇ, ਉਹ ਆਪਣੇ ਵੱਲੋਂ ਕਹਿੰਦੇ ਨੇ ਕਿ ਅਸੀਂ ਤੇ ਸੰਵਿਧਾਨ ਦੇ ਮੁਤਾਬਕ ਕਰ ਰਹੇ ਹਾਂ। ਸੁਪਰੀਮ ਕੋਰਟ ਨੂੰ ਵੀ ਇੱਕ ਤਰੀਕੇ ਦਾ ਚੇਤਨ ਕਰ ਦਿੱਤਾ ਗਿਆ ਕਿ ਅਸੀਂ ਜੋ ਕਰਨਾ ਸੀ ਉਹ ਕਰ ਦਿੱਤਾ ਹੈ। ਦੇਖੋ, ਇੱਕ ਗੱਲ ਇਹ ਕਿ ਜੇ ਸੰਵਿਧਾਨ ਦੀ ਬੇਸਿਕ ਸਪਿਰਿਟ ਨੂੰ ਤੁਸੀਂ ਉਸ ਨੂੰ ਚੈਲੰਜ ਨਾ ਕਰੋ, ਉਸ ਨੂੰ ਬਾਈਪਾਸ ਨਾ ਕਰੋ, ਤੇ ਸੰਵਿਧਾਨ ਦੀ ਜਿਹੜੀ ਬੇਸਿਕ ਸਪਿਰਿਟ ਆ, ਉਹਦੀ ਜਿਹੜੇ ਪਿੱਛੇ ਫਿਲਾਸਫੀ ਆ, ਉਹਦੇ ਵਿੱਚ ਰਹਿੰਦੇ ਹੋਏ ਕੁਝ ਵੀ ਤੁਸੀਂ ਲੈਜਿਸਲੇਟ ਕਰੋ ਤੇ ਟੈਕਨੀਕਲੀ ਪਾਰਲੀਮੈਂਟ ਕਰ ਸਕਦੀ ਆ। ਉਹ ਚੰਗਾ ਆ ਕਿ ਮਾੜਾ ਆ, ਉਹ ਲੋਕ ਹੇਤੂ ਆ ਕਿ ਲੋਕ ਵਿਰੋਧੀ ਆ, ਉਹ ਤੇ ਹੁਣ ਗੱਲ ਅਲੱਗ ਆ। ਜੇ ਲੋਕਾਂ ਨੇ ਬੰਦੇ ਹੀ ਇਹੋ ਜਿਹੇ ਚੁਣੇ ਆ ਤੇ ਫਿਰ ਆਪ ਹੀ ਆਪਾਂ ਉਹ ਜਿਹਾ ਮਸਾਲਾ ਤੇ ਤਿਆਰ ਆਪ ਹੀ ਕਰਦੇ ਜਿਹੜਾ ਬਾਅਦ ਚ ਕੌੜਾ ਲੱਗਦਾ ਸਾਨੂੰ। ਉਸ ਲਈ ਉਹ ਗੱਲਾਂ ਅਲੱਗ ਆ। ਪਰ ਹੁਣ ਲੋਕ ਸਭਾ ਚ ਇਹਨਾਂ ਦੀ ਮੈਜੋਰਿਟੀ ਆ, ਪਰ ਕੋਈ ਵੀ ਜਿਹੜਾ ਬਿੱਲ ਆ ਉਹ ਲਾਅ ਬਣਨ ਤੋਂ ਪਹਿਲਾਂ, ਕਾਨੂੰਨ ਬਣਨ ਤੋਂ, ਐਕਟ ਬਣਨ ਤੋਂ ਪਹਿਲਾਂ ਰਾਜ ਸਭਾ ਚ ਵੀ ਪਾਸ ਹੋਣਾ। ਤੇ ਮੈਨੂੰ ਲੱਗਦਾ ਕਿ ਇਹ ਰਾਜ ਸਭਾ ਚ ਜਾ ਕੇ ਫੇਲ ਹੋ ਜਾਊਗਾ, ਇਹ ਉੱਥੇ ਪਾਸ ਨਹੀਂ ਹੋਣਾ, ਕਿਉਂਕਿ ਉੱਥੇ ਮੈਜੋਰਿਟੀ ਜਟਾਉਣਾ ਬੀਜੇਪੀ ਲਈ ਔਖਾ ਹੋ ਜਾਊਗਾ। ਇਸੇ ਲਈ ਸਾਰੇ ਦੇਸ਼ ਦੇ ਕੋਨੇ-ਕੋਨੇ 'ਚ ਸਾਰੀਆਂ ਪਾਰਟੀਆਂ ਕੋਲ, ਚੀਫ ਮਿਨਿਸਟਰਾਂ ਕੋਲ ਕੇਜਰੀਵਾਲ ਤੇ ਭਗਵੰਤ ਮਾਨ ਇਕੱਠੇ ਘੁੰਮਦੇ ਫਿਰਦੇ ਸੀ। ਇਹ ਇੱਕ ਵੱਡਾ ਟੈਸਟ ਹੋਊਗਾ। ਹੁਣ ਦੇਖਣ ਵਾਲੀ ਇਹ ਵੀ ਗੱਲ ਆ ਕਿ ਕੀ ਵਿਰੋਧੀ ਪਾਰਟੀਆਂ ਇਸ ਅਹਿਮ ਮੁੱਦੇ ਦੇ ਉੱਤੇ, ਜਿੱਥੇ ਇੱਕ ਸਟੇਟ ਦੀ ਸਰਕਾਰ ਦੀਆਂ ਤਾਕਤਾਂ ਕੇਂਦਰ ਉਹਦੇ ਤੋਂ ਖੋਹ ਰਿਹਾ, ਔਰ ਇਹ ਕੁਦਰਤੀ ਅਸੰਘੀ ਢਾਂਚੇ ਦਾ ਮਾਮਲਾ ਵੀ ਸਾਹਮਣੇ ਬਣਦਾ, ਵੱਡਾ ਕੇਸ ਬਣਦਾ। ਚੰਗੀ ਗੱਲ ਇਹ ਹੈ ਕਿ ਕਾਂਗਰਸ ਜਿਹੜੀ ਮੁੱਖ ਵਿਰੋਧੀ ਪਾਰਟੀ ਹੈਗੀ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਇਹਦੇ ਵਿਰੋਧ 'ਚ ਹਾਂ। ਇਹਦਾ ਮਤਲਬ ਉਹ ਕੇਜਰੀਵਾਲ ਦੇ ਨਾਲ ਖੜੇ ਆ। ਹੁਣ ਇਹ 26 ਦਾ 26 INDIA, ਕੀ ਇਹ ਕਿਵੇਂ ਪਲੇਟਫਾਰਮ 26 ਵਿਰੋਧੀ ਪਾਰਟੀਆਂ ਦਾ ਉਹ ਰਾਜ ਸਭਾ ਦੇ ਵਿੱਚ ਭੁਗਤੂਗਾ? ਲੋਕ ਸਭਾ ਦੇ ਵਿੱਚ ਤੇ ਹੈ ਯਾਰ, ਰੌਲਾ ਰੱਪਾ ਤੇ ਪੈ ਹੀ ਰਿਹਾ, ਵਿਰੋਧਤਾ ਵੀ ਹੋਊਗੀ, ਪਰ ਬਰੂਡ ਮੈਜੋਰਿਟੀ ਦੇ ਨਾਲ ਕਈ ਵਾਰੀ ਉਹ ਜਿਸ ਤਰੀਕੇ ਨਾਲ ਬਾਕੀ 5-6 ਬਿੱਲ ਪਾਸ ਕਰ ਦਿੱਤੇ ਆ, ਇਸ ਨੂੰ ਉੱਥੋਂ ਪਾਸ ਕਰਵਾ ਸਕਦੇ ਆ, ਪਰ ਰਾਜ ਸਭਾ 'ਚ ਆ ਕੇ ਅਟਕ ਸਕਦਾ। ਤੇ ਉਹਦੇ ਨਾਲ ਫਿਰ ਇਹ ਮੈਨੂੰ ਲੱਗਦਾ ਕਿ ਗਾਂ ਦਾ ਫਿਰ ਅਗਲੇ ਸੈਸ਼ਨ ਤੇ ਦੇਖਿਆ ਜਾਊਗਾ ਕਿ ਫਿਰ ਜਿਹੜਾ ਨਵਾਂ ਸੈਸ਼ਨ ਹੋਊ ਉਹਦੇ 'ਚ ਕੋਈ ਇਹੋ ਜਿਹੀ ਦੁਬਾਰਾ ਹਰਕਤ ਹੁੰਦੀ ਕਿ ਨਹੀਂ ਹੁੰਦੀ, ਕਿਉਂਕਿ ਆਰਡੀਨੈਂਸ ਦੀ ਲਾਈਫ ਸਾਰੀ 6 ਮਹੀਨੇ ਹੁੰਦੀ ਆ, ਉਹ ਆਟੋਮੈਟਿਕਲੀ ਡਿਫੰਕਟ ਹੋ ਜਾਊਗਾ। ਬਿਲਕੁਲ ਬਿਲਕੁਲ, ਜਿਵੇਂ ਅਸੀਂ ਕੱਲ ਗੱਲ ਤੋਰੀ ਸੀਗੀ ਗਹਿਮਾ ਗਹਿਮੀ ਇਹਨੂੰ ਵੀ ਲੈ ਕੇ, ਤੇ ਹੁਣ 2 ਅਗਸਤ ਅੱਜ ਤੇ ਇਹਦੇ ਉੱਤੇ ਵੀ ਕਾਫੀ ਨਜ਼ਰ ਟਿਕੀ ਹੋਈ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜੰਮੂ ਕਸ਼ਮੀਰ ਵਾਲੇ ਮਸਲੇ ਨੂੰ ਲੈ ਕੇ ਕੀ ਬਣਦਾ ਜਾਂ ਇਹ ਕੀ ਚੀਜ਼ ਲੈ ਕੇ ਸਾਹਮਣੇ ਆਉਂਦੇ ਨੇ। ਹੁਣ ਅਗਲੀ ਗੱਲ ਪ੍ਰੋਫੈਸਰ ਸਾਹਿਬ ਆਪਾਂ ਤੋਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਬਚਾਉਣ ਨੂੰ ਕਾਹਲੇ ਨੇ, ਤੇ ਇੱਧਰ ਜਿਹੜਾ ਗਵਰਨਰ ਸਾਹਿਬ ਦੇ ਨਾਲ ਚਿੱਠੀ ਹੋਏ ਬੈਠੇ ਨੇ, ਉਹ ਮਾਮਲਾ ਵੀ ਸਾਰਾ ਸਾਹਮਣੇ ਆ ਰਿਹਾ ਕਿ ਗਵਰਨਰ ਸਾਹਿਬ ਨੇ ਇੱਕ ਹੋਰ ਨਵੀਂ ਚਿੱਠੀ ਉਹਨਾਂ ਨੂੰ ਲਿਖ ਦਿੱਤੀ ਆ, ਤੇ ਇਹ ਟਵੀਟ ਉੜਦੇ ਹੋਏ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ। ਦੇਖੋ, ਜਿਸ ਦਿਨ ਬਨਵਾਰੀ ਲਾਲ ਪੁਰੋਹਿਤ ਉਹਨਾਂ ਨੇ ਕਹਿ ਦਿੱਤਾ ਸੀਗਾ ਵੀ ਕੋਈ ਨਹੀਂ ਹੈ, ਮੁੰਡਾ ਕੋਈ ਹੈ ਮੇਰੇ ਬੇਟੇ ਜੈਸਾ ਆ, ਉਹ ਕਿਤੇ ਗਲਤੀਆਂ ਹੋ ਜਾਂਦੀਆਂ, ਉਸ ਮੌਕੇ ਦਾ ਤੁਰੰਤ ਫਾਇਦਾ ਭਗਵੰਤ ਮਾਨ ਨੂੰ ਉਠਾਉਣਾ ਚਾਹੀਦਾ ਸੀ। ਤੇ ਸਵਖਤੇ ਕਿਉਂਕਿ ਸਵਖਤੇ ਜਿਹੜਾ ਮਾਈਂਡ ਸਾਰਿਆਂ ਦਾ ਸੈੱਟ ਹੁੰਦਾ, ਇਹਨਾਂ ਨੂੰ ਤੜਕੇ ਜਾਣੀ ਚਾਹ ਦਾ ਕੱਪ ਪੀ ਕੇ ਉੱਥੇ ਪਹੁੰਚ ਜਾਣਾ ਚਾਹੀਦਾ। ਬਲਕਿ ਸਗੋਂ ਇਹ ਕਹਿਣਾ ਚਾਹੀਦਾ ਸੀਗਾ, ਹਾਂ ਜੀ ਮੇਰੇ ਬਾਪੂ ਦੀ ਜਗ੍ਹਾ ਤੁਸੀਂ ਹੈਗੇ ਆ, ਕੋਈ ਗੱਲ ਨਹੀਂ, ਤੁਸੀਂ ਮੈਨੂੰ ਬਹੁਤ ਚੰਗਾ ਲੱਗਾ, ਆਪਣੇ ਬੇਟੇ ਵਾਂਗੂ ਦੇਖਿਆ, ਮੈਂ ਵੀ ਤੁਹਾਨੂੰ ਇੰਜ ਦੇਖਦਾ, ਚਾਹ ਧਰਾਓ ਲੈਚੀਆਂ ਵਾਲੀ, ਮੈਂ ਆਇਆ, ਇਕੱਠੇ ਪੀਂਦੇ ਆ ਤੇ ਆਪਾਂ ਕੋਈ ਚੰਗਾ ਰਾਹ ਫੜੀਏ, ਤੇ ਇੱਕ ਦੂਜੇ ਦੇ ਵਿਰੁੱਧ ਚਿੱਠੀਆਂ ਐਵੇਂ ਕੱਢੀ ਜਾਂਦੇ, ਕੋਈ ਫਾਇਦਾ ਆ? ਤੁਸੀਂ ਵੀ 4 ਬੰਦਿਆਂ ਨੂੰ ਚਿੱਠੀ ਕਢਾਉਂਦੇ ਹੋਗੇ, ਮੈਂ ਵੀ 4 ਬੰਦਿਆਂ ਨੂੰ ਕਹਿ ਕੇ ਉਹਨੂੰ ਠੀਕ ਠਾਕ ਕਰਕੇ ਤੇ ਫਿਰ ਭੇਜਦਾ ਹੋਊਗਾ। ਤੁਹਾਡੇ ਕੋਲ ਵੀ ਕਾਫੀ ਕਾਗਜ਼ ਜਮ੍ਹਾਂ ਹੋ ਗਏ ਆ, ਸਾਡੇ ਕੋਲ ਵੀ ਹੋ ਗਏ, ਇਹ ਛੱਡ ਦਈਏ, ਆਪਾਂ ਹੁਣ ਕੰਮ ਦੀ ਗੱਲ ਕਰੀਏ। ਉਹ ਕਰ ਲੈਣਾ ਚਾਹੀਦਾ, ਪਰ ਇੰਜ ਕੀਤਾ ਨਹੀਂ। ਤੇ ਸੁਣਨ 'ਚ ਇਹੀ ਆਉਂਦਾ ਕਿ ਬਨਵਾਰੀ ਲਾਲ ਪੁਰੋਹਿਤ ਉਹਨਾਂ ਨੇ 3 ਪੇਜਾਂ ਦੀ ਇੱਕ ਵੱਡੀ ਚਿੱਠੀ ਫੇਰ ਕੱਢੀ ਹੈ ਕਿ ਤੁਸੀਂ ਮੈਨੂੰ ਵਿਹਲਾ ਕਹਿੰਦੇ ਆ, ਇਹ ਠੀਕ ਨਹੀਂ ਹੈ, ਇਹ ਉਸ ਅਹੁਦੇ ਦੀ ਤੋਹੀਨ ਹੈਗੀ ਹੈ ਜਿਸ ਤੇ ਮੈਂ ਬੈਠਾ ਆ। ਕਾਹਨੂੰ ਇਹਨਾਂ ਨੂੰ ਇਹ ਗੱਲਾਂ ਕਰ, ਮੈਨੂੰ ਲੱਗਦਾ ਜਾਣੀ ਇੱਕ ਪੱਧਰ ਦੇ ਉੱਤੇ ਭਗਵੰਤ ਮਾਨ ਹੁਣੀ ਖਾਸੇ ਮਜ਼ੇ ਲੈ ਲਿਆ, ਮੈਂ ਤੇ ਇਹੋ ਹੀ ਕਹੂੰਗਾ। ਜਾਣੀ ਜਿਹਨੂੰ ਕਹਿੰਦੇ ਨੇ ਸਹੀ ਮਾਨਿਆਂ 'ਚ ਚੀਫ ਮਿਨਿਸਟਰੀ ਦਾ ਆਨੰਦ ਮਾਣ ਰਿਹਾ, ਵੀ ਜਿਹੜਾ ਕਦੀ ਕੁਛ ਨਹੀਂ ਸੀ ਕਿਹਾ, ਹੁਣ ਕਿਹੜਾ ਕੱਢ ਲਓ, ਮੁੜ ਕੇ ਪਤਾ ਨਹੀਂ ਜ਼ਿੰਦਗੀ 'ਚ ਦੁਬਾਰਾ ਬਣਨਾ ਜਾਂ ਨਹੀਂ ਬਣਨਾ। ਮੈਨੂੰ ਤੇ ਇਹੀ ਲੱਗ ਰਿਹਾ, ਕਦੀ ਕਿਸੇ ਨੂੰ ਫੜ ਲੈਂਦੇ ਆ, ਕਦੀ ਕਿਸੇ ਨੂੰ ਫੜ ਲੈਂਦੇ ਆ। 2 ਬੰਦਿਆਂ ਨੂੰ ਤੇ ਚੰਗੇ ਤਰੀਕੇ ਨਾਲ ਫੜਿਆ ਹੀ ਆ, ਮਨਪ੍ਰੀਤ ਹੋਣਾ ਨੂੰ, ਸੁਖਪਾਲ ਖਹਿਰੇ ਨੂੰ। ਹੁਣ ਨੰਨਾ ਪੈ ਗਿਆ ਆ ਸੁਖਬੀਰ ਸਿੰਘ ਬਾਦਲ ਹੋਣਾ ਦਾ। ਉਹਨਾਂ ਨੇ ਵੀ ਅੱਗਿਓਂ ਕਿਹਾ ਕਿ ਸਟੇਜ ਦਾ ਤੇ ਸਟੇਟ ਦਾ ਬੜਾ ਫਰਕ ਆ, ਤੁਸੀਂ ਸਟੇਜੀ ਕੰਮ ਛੱਡੋ ਤੇ ਸਟੇਟ ਨੂੰ ਸਾਂਭੋ, ਕਿਉਂਕਿ ਚੀਫ ਮਿਨਿਸਟਰ ਦਾ ਮੁੱਖ ਕੰਮ
ਸਟੇਜੀ ਗੱਲਾਂ ਨਹੀਂ ਕਰਨੀਆਂ, ਰਾਦਰ ਇੱਕ ਸਟੇਟ ਨੂੰ ਕਿਵੇਂ ਦੁਬਾਰਾ ਲੀਹਾਂ ਤੇ ਇੰਨੇ ਵੱਡੇ ਤਰਾਸਦੀ ਵਿੱਚੋਂ ਲਿਆਉਣਾ, ਉਹ ਤੁਹਾਡੀ ਪ੍ਰੈਫਰੈਂਸ ਹੋਣੀ ਚਾਹੀਦੀ ਆ। ਕੌਣ ਕੀ ਕਰਦਾ, ਫਲਾਨਾ ਕੀ ਕਰਦਾ, ਇਹ ਜਿਹੜੇ ਤੰਜ ਕੱਸਣੇ ਆ ਜਾਂ ਉਹ ਕਮੀਡੀਅਨ ਕਲਚਰ ਜਿਹੜਾ ਉਸ ਨੂੰ ਛੱਡ ਦਿਓ, ਕੁਛ ਦੇਰ ਲਈ ਦੁਬਾਰਾ ਸ਼ੁਰੂ ਕਰ ਲਿਓ ਜਦੋਂ ਤੁਸੀਂ ਚੀਫ ਮਿਨਿਸਟਰ ਨਹੀਂ ਹੋਗੇ। ਇਹ ਸਾਡੀ ਵੀ ਇਸ ਗੱਲੋਂ ਉਹਨਾਂ ਨੂੰ ਬਾਰ-ਬਾਰ ਕਹਿੰਦੇ ਆ, ਦੂਜੇ ਬੰਦੇ ਵੀ ਇਹੀ ਕਹਿਣਗੇ। ਮੈਨੂੰ ਲੱਗਦਾ ਕਿ ਫਿਰ ਇਸ ਤਰੀਕੇ ਨਾਲ ਜੇ ਆਪਾਂ ਬੰਦਿਆਂ ਦੇ ਨਾਲ ਹੀ, ਕਦੀ ਬਨਵਾਰੀ ਲਾਲ ਪੁਰੋਹਿਤ ਹੋ ਗਏ, ਕਦੀ ਕੋਈ ਹੋਰ ਹੋ ਗਏ, ਤੇ ਬੰਦਿਆਂ ਨਾਲ ਹੀ ਸਾਰੀ ਰਾਜਨੀਤੀ ਖਤਮ ਕਰਤੀ, ਵਿਚਾਰਾਂ ਦੇ ਪੱਧਰ ਤੇ ਗਏ ਹੀ ਨਾ, ਜਾਂ ਥੱਲੇ ਧਰਾਤਲ ਦੇ ਵਿਕਾਸ ਦੇ ਪੱਧਰ ਤੇ ਗਏ ਨਾ, ਜਾਂ ਆਪਣੀਆਂ ਗਰੰਟੀਆਂ ਦੇ ਪੱਧਰ ਤੇ ਕਦੀ ਉਧਰ ਨੂੰ ਤੁਰੇ ਹੀ ਨਾ, ਤੇ ਬਸ ਆਪਣਾ ਸਾਰਾ ਟਾਈਮ ਕਦੀ ਉਹਦੀ ਚੁੰਡੀ ਵੱਢਤੀ, ਕਦੀ ਉਹਨੂੰ ਚੁੰਡੀ ਵੱਢ ਪ੍ਰੋਗਰਾਮ ਬਹੁਤ ਤੇਜ਼ ਆ, ਤਾਂ ਕਿ ਇੱਕ ਅੱਧਾ ਬਿਆਨ ਰੋਜ਼ ਹੀ ਆ। ਇੱਕ ਹੋਰ ਇਹ ਨਵੇਂ ਜਿਹੜੇ ਮੀਡੀਆ ਨਿਕਲ ਆਏ ਆ, ਟਵਿੱਟਰ ਆ, ਜੇ ਟਵੀਟ ਆ ਉਹ ਛੱਡਦੇ ਆ, ਉਹ ਵਾਕਿਆ ਹੀ ਜਿਵੇਂ ਇੱਕ ਕਾਂ ਦੇ ਹੱਥ ਕਬੂਤਰ ਦੇ ਹੱਥ ਕੋਈ ਸੁਨੇਹਾ ਭੇਜਦੇ ਸੀ, ਉਂਝ ਜਾ ਕੇ ਅਗਲੇ ਨੂੰ ਦੇ ਦਿੰਦਾ, ਅਗਲਾ ਕਹਿੰਦਾ ਚੰਗਾ ਜਾਂਦਿਆਂ ਮੇਰਾ ਵੀ ਲੈ ਜਾਈਂ। ਪਰ ਅਗਲੇ ਸਾਡੇ ਤੁਹਾਡੇ ਵਰਗੇ ਸਾਰੇ ਬੈਠੇ ਆ ਲਾ 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 ਲਾ, ਆਹ ਟਵੀਟ ਇੱਧਰੋਂ ਚੱਲਿਆ, ਫਿਰ ਇਹ ਉੱਧਰੋਂ ਜਵਾਬ ਆ ਗਿਆ, ਲਓ ਜੀ ਗੱਲ ਬੜੀ ਤਗੜੀ ਬਣ ਗਈ ਆ, ਖਬਰ ਤਗੜੀ ਆ, ਆਹ ਚੱਕੋ। ਨਾ ਉਹ ਕੁਛ ਕਰਦਾ, ਨਾ ਜਿਹੜਾ ਜਵਾਬ ਦੇਣ ਵਾਲਾ ਕੁਛ ਕਰਦਾ। ਅਸੀਂ ਆਪਣਾ ਟਾਈਮ ਲੱਗੇ ਹੋਏ ਆ ਕਰਨ। ਆਪਾਂ ਇਹਨਾਂ ਦੋਵਾਂ ਧਿਰਾਂ ਨੂੰ ਛੱਡ ਕੇ, ਇਹੋ ਜਿਹੀ ਸੋਚ ਨੂੰ ਛੱਡ ਕੇ, ਉਹਨਾਂ ਨੂੰ ਆਪਣੀ ਵੱਲੋਂ ਸਵਾਲ ਕਰਨੇ ਛੱਡੀਏ। ਭਾਈ ਸਾਨੂੰ ਤੁਸੀਂ ਕੀ ਖਾਂਦੇ ਆ, ਕੀ ਕਰਦੇ ਆ, ਕੀ ਬੋਲਦੇ ਆ, ਕੀ ਸੌਂਦੇ ਆ, ਕਿੱਥੇ ਸੌਂਦੇ ਆ, ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ। ਤੁਸੀਂ ਲੋਕਾਂ ਲਈ ਪੂਰੇ ਦਿਨ 'ਚ ਕੀ ਕੀਤਾ ਤੇ ਗਾਂਹ ਕਰਨਾ ਕੀ ਹੈ, ਸਾਨੂੰ ਉਹਦੀ ਗੱਲ ਦਾ ਜਵਾਬ ਦਿਆ ਕਰੋ। ਬਾਕੀ ਜਿਹੜੀਆਂ ਤੁਸੀਂ ਇੱਕ ਦੂਜੇ ਦੀਆਂ ਨਾਲ ਚੁੰਡੀ ਵੱਢ ਪ੍ਰੋਗਰਾਮ ਕਰਨਾ, ਉਹ ਕਰੀ ਚਲੋ, ਪਰ ਉਹਦੇ ਨਾਲ ਉਹ ਸਾਰਾ ਕੁਛ ਨਹੀਂ। ਲੋਕ ਤੁਹਾਡੇ ਤੋਂ ਕੁਛ ਹੋਰ ਕਿਸਮ ਦੀਆਂ ਉਮੀਦਾਂ ਕਰਦੇ ਆ, ਜੋ ਤੁਸੀਂ ਚੋਣਾਂ ਦੇ ਵਿੱਚ ਲੋਕਾਂ ਨਾਲ ਵਾਅਦੇ ਕਰਕੇ ਆਏ ਸੀ। ਬਿਲਕੁਲ ਬਿਲਕੁਲ, ਮੇਰੇ ਖਿਆਲ 'ਚ ਇਹ ਵੀ ਚਾਹੀਦਾ ਹੈ ਕਿ ਹਫ਼ਤਾਵਾਰੀ ਰਿਪੋਰਟ ਕਾਰਡ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਜਾਰੀ ਕਰ ਦੇਣਾ ਚਾਹੀਦਾ ਹੈ ਕਿ ਮੈਂ ਹਫ਼ਤਾ ਭਰ ਕੀ ਕੀਤਾ, ਕਿੱਥੇ ਕਿੱਥੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ, ਕਿਹੜੇ ਮੁੱਦਿਆਂ ਦਾ ਹੱਲ ਕੀਤਾ ਤੇ ਕਿੰਨਾਂ ਦਾ ਹੱਲ ਕਰਨਾ, ਗਾਂਹ ਕੀ ਆ। ਉਹ ਇੱਕ ਵਿਜ਼ਨ ਇੱਕ ਤਰੀਕੇ ਦਾ ਹੋ ਜਾਣਾ ਚਾਹੀਦਾ ਨਾ, ਜਾਂ ਮਹੀਨੇ ਬਾਅਦ ਹੀ ਦੱਸ ਦਿਆ ਕਰਨ ਕਿ ਆਹ ਮਹੀਨੇ ਦੇ ਵਿੱਚ, ਆਹ ਦਿਨ ਦੇ ਵਿੱਚ ਆਹ ਕੀਤਾ। ਇੱਕ ਵੀ ਦਿਨ ਵਿਹਲਾ ਨਹੀਂ ਬੈਠਾ, ਜਾਂ ਜਿਸ ਵੀ ਤਰੀਕੇ ਦੇ ਨਾਲ ਉਹ ਸਾਰਾ ਕੁਝ ਹੋ ਸਕਦਾ, ਬਜਾਏ ਇਸਦੇ ਕਿ ਵਿਰੋਧੀਆਂ ਨਾਲ ਇਸ ਤਰੀਕੇ ਨਾਲ ਉਲਝਿਆ ਜਾਵੇ, ਇਸ ਪੱਧਰ ਤੇ ਆ ਕੇ ਉਲਝਿਆ ਜਾਵੇ। ਉਹਦੇ ਲਈ ਕਾਨੂੰਨ ਹੈ, ਉਹਦੇ ਲਈ ਵਿਜੀਲੈਂਸ ਜਾਂ ਤੁਹਾਡੇ ਹੋਰ ਅਦਾਰੇ ਉਹ ਸਾਰੇ ਕੰਮ ਕਰ ਰਹੇ ਨੇ। ਉਹਨਾਂ ਨੂੰ ਆਲਰੇਡੀ ਲੋਕਾਂ ਨੇ ਖੂੰਜੇ ਲਾਇਆ ਹੋਇਆ, ਤੁਹਾਨੂੰ ਉਹ ਕਹਿਣ ਦੀ ਲੋੜ ਨਹੀਂ ਕਿ ਸੁਖਬੀਰ ਬਾਦਲ ਨੇ ਕੀ ਕੀਤਾ ਜਾਂ ਕਾਂਗਰਸ ਨੇ ਕੀ ਕੀਤਾ ਜਾਂ ਕਿਸੇ ਹੋਰ ਧਿਰ ਨੇ ਕੀ ਕੀਤਾ, ਉਹਦੇ ਬਾਰੇ ਨਹੀਂ ਗੱਲ ਹੋਣੀ ਚਾਹੀਦੀ। ਬਹੁਤ ਸੁਹਿਰਦਤਾ ਦੇ ਨਾਲ ਲੋਕਾਂ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਪ੍ਰੋਫੈਸਰ ਸਾਹਿਬ, ਮਸਲਾ ਇੱਕ ਨਾਲੋਂ ਨਾਲ ਹੋਰ ਚੱਲ ਰਿਹਾ, ਆਟਾ ਦਾਲ ਨੂੰ ਲੈ ਕੇ ਵੀ ਜਿਹੜਾ ਗਵਰਨਰ ਸਾਹਿਬ ਨੇ ਟਵੀਟ ਕੀਤਾ, ਆਪਣੀ ਚਿੱਠੀ ਦੇ ਵਿੱਚ ਜ਼ਿਕਰ ਕੀਤਾ, ਕਹਿੰਦੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਚਿੱਠੀ ਲਿਖੀ ਸੀ ਕਿ ਇਹ ਬਹੁਤ ਮਤਲਬ ਕਿ ਮਹਿੰਗਾ ਲੋਕਾਂ ਨੂੰ ਵੀ ਪੈ ਸਕਦਾ, ਮਤਲਬ ਉਸ ਤਰੀਕੇ ਦੇ ਨਾਲ ਕਿ ਇਹ 'ਚ ਕਰਪਸ਼ਨ ਜਾਂ ਕਈਆਂ ਦਾ ਰੁਜ਼ਗਾਰ ਵੀ ਬੰਦ ਹੋ ਸਕਦਾ। ਤੁਸੀਂ ਉਸ ਪਾਸੇ ਵੱਲ ਨੂੰ ਸੋਚੋ ਕਿ ਚੱਕੀਆਂ ਚੁੱਕੀਆਂ ਵਾਲਿਆਂ ਬਾਰੇ ਕੀ ਕਰਨਾ, ਜਾਂ ਹੋਰ ਪਾਸੇ ਜਿਹੜੀ ਮਾਰ ਪੈਣੀ ਹੈ। ਅਸਲ 'ਚ ਤਾਂ ਪੋਲੀਟੀਕਲ ਪ੍ਰੋਗਰਾਮ ਹੈਗੇ ਆ, ਇਹ ਲੋਕਾਂ ਦੀ ਸੇਵਾ ਦਾ ਜਾਂ ਲੋਕਾਂ ਨੂੰ ਰਾਹਤ ਪਹੁੰਚਾਉਣ ਦਾ ਪ੍ਰੋਗਰਾਮ ਨਹੀਂ ਆ। ਫੋਟੋ ਕਿੱਡੀ ਵੱਡੀ ਤੇ ਕਿੰਨੀ ਵਾਰੀ ਲੋਕ ਉਹਨਾਂ ਦੀ ਦੇਖਣਗੇ ਚੀਫ ਮਿਨਿਸਟਰ ਦੀ, ਉਹ ਜ਼ਿਆਦਾ ਪ੍ਰੋਗਰਾਮ। ਹੁਣ ਫੋਟੋ ਉਂਝ ਦੇ ਘਰ ਸੁੱਟ ਨਹੀਂ ਆਉਣਗੇ, ਕੁਛ ਥੱਲੇ ਵਿੱਚ ਪਾ ਕੇ ਉੱਤੇ ਰੁਮਾਲ ਬੰਨਣਗੇ ਨਾ ਚੀਜ਼ ਦਾ। ਜੇ ਥਾਲੀ ਕੁਛ ਹੈ ਹੀ ਨਹੀਂ ਆ, ਖਾਲੀ ਵੱਟੇ ਰੱਖ ਕੇ ਥੋੜੀ ਦੇ ਆਓਗੇ, ਅਗਲਾ ਵੱਟਾ ਚੱਕ ਕੇ ਮਾਰੂ ਤੁਹਾਨੂੰ ਜਦੋਂ ਦੇਣ ਜਾਓਗੇ। ਤੇ ਉਹ ਆਟਾ ਪਾ ਕੇ ਉੱਤੇ ਫੋਟੋ ਪਹੁੰਚਾਉਣੀ ਆ ਘਰ ਘਰ। ਤੇ ਮੇਰੀ ਤੇ ਇਹਨਾਂ ਨੂੰ ਸਲਾਹ ਸੀ ਵੀ ਤੁਸੀਂ ਆਟੇ ਦਾ ਥੈਲਾ ਕਾਹਨੂੰ ਪਹੁੰਚਾਉਂਦੇ ਆ, ਫਿਰ ਤੇ ਤੁਹਾਨੂੰ 10 ਦਿਨਾਂ ਬਾਅਦ ਜਾਂ 20 ਦਿਨਾਂ ਬਾਅਦ ਤੁਹਾਡੀ ਸ਼ਕਲ ਦੁਬਾਰਾ ਦੇਖਣਗੇ। ਤੁਸੀਂ ਰੋਜ਼ ਹੀ ਰੋਟੀਆਂ ਪਕਾ ਕੇ ਭੇਜਿਆ ਕਰੋ, ਕਦੀ ਪੂਰੀ ਛੋਲੇ ਬਣਾਤੇ, ਕਦੀ ਭਟੂਰੇ ਬਣਾਤੇ, ਕਦੀ ਕੋਈ ਹੋਰ ਪਕਵਾਨ ਜਰਦਾ ਬਣਾਤਾ, ਤੇ ਸਾਰੀ ਥਾਲੀ ਦੇ ਉੱਤੇ ਰੋਜ਼ ਹੀ ਫੋਟੋ ਆਪਣੀ ਤਗੜੀ ਨਵੀਂ ਭੇਜਿਆ ਕਰੋ। ਤੇ ਰੋਜ਼ ਤੁਹਾਨੂੰ ਪਹਿਲਾਂ ਇੰਜ ਪਾਠ ਪੂਜਾ ਕਰਨਗੇ, ਇਹ ਸਾਡੇ ਭਗਵਾਨ, ਇਹ ਸਾਡੇ ਅੰਨਦਾਤਾ। ਬਸ ਪੱਕੇ ਮੋਦੀ ਨਾਲੋਂ ਵੀ ਉੱਪਰ ਤੁਸੀਂ ਚੀਫ ਮਿਨਿਸਟਰ ਜਿਹੜੇ ਆ, ਚੜਾਈਆਂ ਤੁਹਾਡੀਆਂ ਹੋ ਜਾਣਗੀਆਂ। ਇਹੋ ਜਿਹੀ ਰਾਜਨੀਤੀ ਚੱਲ ਰਹੀ ਆ, ਲੋਕਾਂ ਦੇ ਮਨ ਦੇ ਉੱਤੇ ਛੱਪਾ ਪਾਉਣ ਤੋਂ ਇਲਾਵਾ ਕਿ ਮੈਂ ਤੁਹਾਡਾ ਅੰਨਦਾਤਾ ਆ, ਮੇਰੇ ਤੋਂ ਬਗੈਰ ਤੁਸੀਂ ਬਚ ਨਹੀਂ ਸਕਦੇ, ਮੈਂ ਦਊਂਗਾ ਤੇ ਖਾਓਗੇ, ਨਹੀਂ ਤੇ ਭੁੱਖੇ ਮਰੋਗੇ। ਲੋਕਾਂ ਨੂੰ ਇਹੋ ਜਿਹੀ ਗੱਲ ਆ ਜਿੱਥੇ ਤੁਰੰਤ ਰਾਹਤ ਦੀ ਲੋਕਾਂ ਲਈ ਜ਼ਰੂਰਤ ਹੈਗੀ, ਉਹਨਾਂ ਨੂੰ ਇੱਕ ਪੱਧਰ ਤੇ ਗੁੱਸਾ ਵੀ ਹੌਲੀ ਹੌਲੀ ਆਉਣਾ ਚਾਹੀਦਾ ਕਿ ਸਾਨੂੰ ਭਾਈ ਰੁਜ਼ਗਾਰ ਦਿਓ, ਪੜ੍ਹਾਈ ਦਿਓ, ਸਿਹਤ ਸੇਵਾਵਾਂ ਦਿਓ, ਇਨਫਰਾਸਟ੍ਰਕਚਰ ਦਿਓ, ਰਹਿਣ ਲਈ ਚੰਗਾ ਘਰ ਦਿਓ। ਅਸੀਂ ਰੋਟੀ ਆਪੇ ਕਮਾ ਕੇ ਖਾ ਲਾਂਗੇ। ਸਾਰੀ ਦੁਨੀਆ ਦੇ ਵਿੱਚ ਕੋਈ ਰੋਟੀ ਲੋਕ ਖਾਂਦੇ ਨਹੀਂ, ਪਹਿਲਾਂ ਪੰਜਾਬ ਦੇ ਲੋਕ ਰੋਟੀ ਨਹੀਂ ਸੀ ਖਾਂਦੇ। ਬਿਲਕੁਲ। ਤੁਸੀਂ ਇਹੋ ਜਿਹਾ ਕੰਮ ਰੋਜ਼ ਕੱਢ ਦਿੰਦੇ ਆ, ਕਦੀ ਬਿਜਲੀ ਦੇ ਬਿੱਲਾਂ ਦਾ ਕੱਢ ਦਿੰਦੇ ਆ, ਕਦੀ ਕੋਈ ਬੱਸ ਦੇ ਹੂਟਿਆਂ ਦਾ ਕੱਢ ਦਿੰਦੇ ਆ। ਹੁਣ ਤੁਸੀਂ ਅਜੇ ਉਹ ਹਜ਼ਾਰ ਰੁਪਈਆ ਕਿੱਥੇ ਗਿਆ? ਭਗਵੰਤ ਮਾਨ ਨੂੰ ਪੁੱਛੋ, ਕਹਿੰਦੇ ਪੈਸੇ ਸਾਡੇ ਕੋਲ ਬਹੁਤ ਆ। ਬੀਬੀਆਂ ਦਾ ਉਹ ਤੇ ਰੁਪਈਆ 18,000 ਰੁਪਈਆ ਬਣੇ ਗਿਆ 1.5 ਸਾਲ ਦਾ।
ਹਰ ਮਹੀਨੇ ਦਾ 1000 ਦੇਣਾ ਨਾ ਕੱਲੀ ਕੱਲੀ ਬੀਬੀ ਦਾ, ਉਹ ਪੈਸੇ 18 ਸਾਲ ਤੋਂ ਉੱਪਰ ਵਾਲੀ ਨੂੰ ਦੇਣਾ 18-18000, ਉਹ ਸਾਰਾ ਬੀਬੀਆਂ ਨੂੰ ਵੀ ਮੰਗਣਾ ਚਾਹੀਦਾ। ਤੁਸੀਂ ਵੀ ਥੋੜਾ ਲੋਕਾਂ ਨੂੰ ਇਹ ਗੁਹਾਰ ਲਾਓ ਵੀ ਚੇਤਨਾ ਭੁੱਲ ਜਿਓ, ਪੈਸੇ ਜ਼ਰੂਰ ਮੰਗੋ, ਨਹੀਂ ਤੇ ਫਿਰ ਇਕੱਠੇ ਦੇਣੇ ਸਰਕਾਰ ਲਈ ਔਖੇ ਹੋ ਜਾਣਗੇ, ਕਿਸ਼ਤਾਂ 'ਚ ਨਾਲੋਂ ਨਾਲ ਲਈ ਚੱਲੋ। ਇਸ ਕਿਸਮ ਦੀਆਂ ਉਹ ਗੱਲਾਂ ਕੋਈ ਰੋਜ਼ ਨਵਾਂ ਸ਼ੋਸ਼ਾ ਮੈਨੂੰ ਤੇ ਸੁਣਨ ਨੂੰ ਮਿਲਦਾ। ਗੱਲ ਕਹਿ ਕੇ ਭੱਜ ਜਾਣੀ ਆ, ਹੁਣ ਨਵੀਂ ਗੱਲ ਸੁਣ ਲਓ। ਮੈਂ ਤੁਸੀਂ ਵੀ ਸੋਚਿਓ, ਸਾਡੇ ਸਰੋਤੇ ਵੀ ਸਾਨੂੰ ਸਗੋਂ ਇਸ ਗੱਲ ਦਾ ਫੀਡਬੈਕ ਦੇਣ। ਮੈਂ ਕਦੀ ਕਦੀ ਗਾਹੇ ਬਗਾਏ ਮੰਗ ਸੁਣਦਾ ਰਹਿਣਾ ਆ ਕਿ ਸ਼ਹੀਦ ਭਗਤ ਸਿੰਘ ਨੂੰ ਕਦੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ। ਯਾਰ ਕੀ ਗੱਲਾਂ ਕਰਦੇ ਹੋ ਤੁਸੀਂ? ਸ਼ਹੀਦਾਂ ਨੂੰ ਕੋਈ ਸਰਕਾਰਾਂ ਦਰਜਾ ਦਿੰਦੀਆਂ ਹੁੰਦੀਆਂ? ਉਹ ਤੇ ਫਾਹਾ ਦਿੰਦੀਆਂ ਹੁੰਦੀਆਂ, ਜਿਨ੍ਹਾਂ ਨੇ ਦੇਣਾ ਸੀ ਉਹ ਦੇਤਾ, ਪਹਿਲੀਆਂ ਨੇ ਦੇਤਾ, ਅੱਜ ਵਾਲੀਆਂ ਵੀ ਦੇਈ ਜਾਂਦੀਆਂ। ਭੀਮਾ ਕੋਰੇ ਗਾਉਂ ਵਾਲਿਆਂ ਦੇਖ ਲਓ ਕੀ ਹਾਲਤ ਕੀਤੀ ਹੈ, 16 ਬੰਦੇ ਫੜ ਕੇ 5 ਸਾਲ ਰਗੜ ਕੇ ਰੱਖਤੇ ਆ। ਹੈ ਤੁਸੀਂ ਉਸ ਸਰਕਾਰ ਤੋਂ ਜਿਹੜੀ ਟਿਕੀ ਹੋਈ ਧੱਕਾਸ਼ਾਹੀ ਦੇ ਉੱਤੇ ਆ, ਤੇ ਨੂੰਹ ਤੇ ਮਨੀਪੁੱਤ ਤੁਸੀਂ ਸਾਰਾ ਦੇਖ ਲਿਆ, ਤੁਸੀਂ ਇਹ ਮੰਗਾ ਕਰ ਰਹੇ ਕਿ ਉਹ ਸਰਕਾਰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਵੇ। ਭਾਈ ਸ਼ਹੀਦਾਂ ਦਾ ਦਰਜਾ ਨਹੀਂ ਹੁੰਦਾ, ਉਹ ਦਰਜਿਆਂ ਤੋਂ ਉੱਪਰ ਆ, ਉਹ ਸਰਵ ਵਿਆਪਕ ਹੁੰਦੇ ਆ, ਸਭ ਦੇ ਦਿਲਾਂ 'ਚ ਹੁੰਦੇ ਆ। ਉਹਨਾਂ ਨੂੰ ਯਾਦ ਕਰਕੇ ਤੇ ਲੋਕ ਇੰਸਪਾਇਰ ਹੁੰਦੇ ਆ। ਹੁਣ ਇਹੀ ਗੱਲ ਭਗਵੰਤ ਮਾਨ ਨੇ ਕਹਿ ਦਿੱਤੀ। ਉਹਨੇ ਇਹ ਨਹੀਂ ਗੱਲ ਕਹੀ, ਉਹਨੇ ਕਿਹਾ ਗਏ ਸੀਗੇ ਸ਼ਹੀਦ ਊਧਮ ਸਿੰਘ ਦੇ ਫੰਕਸ਼ਨ ਦੇ ਉੱਤੇ, ਲਓ ਜੀ ਤੁਸੀਂ ਸ਼ਹੀਦ ਊਧਮ ਸਿੰਘ ਨੂੰ, ਕਰਤਾਰ ਸਿੰਘ ਸਰਾਭੇ ਨੂੰ ਤੇ ਜਿਹੜਾ ਸਰਦਾਰ ਭਗਤ ਸਿੰਘ ਨੂੰ ਭਾਰਤ ਰਤਨਾ ਦਾ ਦਰਜਾ ਦੇ ਦਿਓ। ਇੰਦਰਾ ਗਾਂਧੀ ਨੂੰ ਵੀ ਦਿੱਤਾ ਸੀਗਾ, ਹੋਰਨਾਂ ਨੂੰ ਦਿੱਤਾ, ਮੈਨੂੰ ਦੇਖਣ ਦਾ ਟਾਈਮ ਨਹੀਂ ਲੱਗਾ, ਮੇਰੇ ਮਨ 'ਚ ਤੇ ਆਇਆ ਸੀਗਾ, ਉਹ ਮੈਂ ਨਿੱਕੇ ਛੁਕੜੇ ਜਿਹੇ ਕੰਮਾਂ 'ਚ ਪੈ ਗਿਆ। ਇਹ ਭਾਰਤ ਰਤਨਾ ਠੀਕ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਪਰ ਸਰਕਾਰ ਦੇ ਵਿੱਚ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹੋਣ ਉਹਨਾਂ ਨੂੰ ਜ਼ਰੂਰ ਦਿਓ। ਜਿਹੜੇ ਲੋਕਾਂ ਨੇ ਸਰਕਾਰਾਂ ਵਿਰੁੱਧ ਲੜਦੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਉਹ ਤੇ ਸ਼ਹੀਦ ਆ, ਉਹ ਤੇ ਰਤਨਾ ਰੁਤਨਾ ਦੇ ਵੀ 100 ਲੱਖਾਂ ਰਤਨਾ ਤੋਂ ਵੀ ਉੱਪਰ ਦੇ ਰਤਨ ਆ, ਅਣਮੁੱਲੇ ਰਤਨ। ਤੁਸੀਂ ਰਤਨਾਂ 'ਚ ਫਿੱਟ ਨਹੀਂ ਉਹਨਾਂ ਨੂੰ ਕਰ ਸਕਦੇ। ਕਿਉਂ ਤੁਸੀਂ ਇਹੋ ਜਿਹੀਆਂ ਬੇਵਕੂਫੀਆਂ ਵਾਲੀਆਂ ਗੱਲਾਂ ਕਰਦੇ ਆ? ਮਤਲਬ ਤੁਸੀਂ ਆਪਣੇ ਇੱਕ ਸਮਝ ਦੀ ਜਨਾਜ਼ਾ ਕੱਢ ਰਹੇ। ਮੈਂ ਤੇ ਇਹ ਗੱਲ ਕਹਾਂਗਾ, ਕਿਹਨੇ ਕਿਹਾ ਤੁਹਾਨੂੰ ਕਿ ਤੁਸੀਂ ਇਹ ਮੰਗ ਕਰੋ? ਬਈ ਕਿਹੜੀ ਕੈਬਨਿਟ ਦੇ ਵਿੱਚ ਫੈਸਲਾ ਹੋਇਆ? ਕਿਹੜੇ ਪੰਜਾਬੀਆਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਇਹ ਗੱਲ ਕਰੋ? ਕੋਈ ਉੱਠਦਾ ਤੇ ਆਪ ਮਾਫ ਕਰ ਦਿਓ, ਕੋਈ ਕਹਿੰਦਾ ਤੇ ਆਹ ਕਰ ਦਿਓ। ਕਿਸੇ ਲੋਕਾਂ ਦੀ ਜਿੱਦਣ ਸਾਰੇ ਬੰਬੀਆਂ ਦੇ ਬਿਜਲੀਆਂ ਦੇ ਬਿੱਲ ਮਾਫ ਕੀਤੇ ਗਏ ਸੀ, ਆ ਕੇ ਕਿਸਾਨਾਂ ਨੇ ਕਿਹਾ ਕਿ ਸਾਡੇ ਬਿਜਲੀਆਂ ਦੇ ਬਿੱਲ ਮਾਫ ਕਰ ਦਿਓ, ਆਪ ਹੀ ਕਰਤੇ, ਕਿਉਂਕਿ ਆਪਣੇ ਵੀ ਹੋਣੇ ਸੀ। ਸਾਰੇ ਪੰਜਾਬ ਦੇ ਪਾਣੀ ਦਾ ਸਤਿਆਨਾਸ਼ ਕਰਕੇ ਰੱਖ ਦਿੱਤਾ। ਯਾਨੀ ਕੋਈ ਵੀ ਜਦੋਂ ਤੁਸੀਂ ਮੰਗ ਕਰਦੇ ਆ, ਕਿਤੇ ਵੀ ਪਬਲਿਕ ਦੇ ਵਿੱਚ ਰੱਖਦੇ ਆ, ਤੁਸੀਂ ਆਪਣੀ ਪੋਜੀਸ਼ਨ ਨੂੰ ਦੇਖੋ, ਆਪਣੇ ਰੁਤਬੇ ਨੂੰ ਦੇਖੋ। ਤੁਹਾਡੇ ਸ਼ਬਦਾਂ ਦੇ ਅਰਥ ਆ ਉਹ ਬਹੁਤ ਦੇਰ ਤੱਕ ਅਸਰ ਅੰਦਾਜ਼ ਹੁੰਦੇ ਆ। ਇਹ ਕੋਈ ਡਰਾਮੇ ਨਹੀਂ ਚੱਲ ਰਹੇ, ਜਾਂ ਕੋਈ ਸਟਰੀਟ ਪਲੇ ਨਹੀਂ ਚੱਲ ਰਿਹਾ ਕਿ ਚਲੋ ਜੋ ਬੋਲਿਆ ਵੱਧ ਘੱਟ ਬੋਲਿਆ ਗਿਆ, ਕੱਲ ਨੂੰ ਫਿਰ ਅਗਲੀ ਵਾਰ ਥੋੜਾ ਜਿਹਾ ਸੁਧਾਰ ਲਾਂਗੇ। ਇਸ ਤਰ੍ਹਾਂ ਨਾ ਕਰੋ, ਗੱਲ ਸੋਚ ਕੇ ਕਰੋ, ਸਮਝਦਾਰੀ ਦਾ ਕਰੋ। ਔਰ ਵੱਡੇ ਵੱਡੇ ਸ਼ਹੀਦਾਂ ਨੂੰ, ਜਿਹੜੇ ਲੋਕਾਂ ਨੂੰ ਇੱਕ ਬਹੁਤ ਹੀ ਉੱਚੀ, ਕਿਸੇ ਵੀ ਤੋਲਣਯੋਗ ਚੀਜ਼ ਤੋਂ ਉੱਪਰ ਉੱਠੇ ਹੋਏ ਆ, ਅਨਮੋਲ, ਉਹਨਾਂ ਨੂੰ ਇਹੋ ਜਿਹੇ ਰੁਤਬਿਆਂ ਦੇ ਵਿੱਚ ਤੱਕੜੀ 'ਚ ਰੱਖ ਕੇ ਨਾ ਤੋਲੋ ਤੁਸੀਂ। ਅਸੀਂ ਉਹਨਾਂ ਨੂੰ ਥੱਲੇ ਲਿਆ ਰਹੇ ਹਾਂ, ਔਰ ਉਹਨਾਂ ਲੋਕਾਂ ਤੋਂ ਰੁਤਬੇ ਦਿਵਾਉਣੇ ਚਾਹੁੰਦੇ ਆ ਜਿਹੜੇ ਖੁਦ ਅੱਜ ਉਹਨਾਂ ਸ਼ਹੀਦਾਂ ਨੂੰ ਵਰਤਦੇ ਰਹੇ ਹੋਣਗੇ, ਆਪਣੇ ਫੁੱਲ ਸ਼ਰਧਾ ਦੇ ਫੁੱਲ ਚੜਾ ਕੇ, ਤੇ ਜਿਹੜੇ ਉਹਨਾਂ ਦੇ ਪੰਛੀ ਕਿ ਉਹਨਾਂ ਦੀ ਸਿੰਪਥੀ ਲੈਣ ਲਈ, ਪਰ ਉਹ ਉਹਨਾਂ ਦੇ ਪਦ ਕਦਮਾਂ ਤੇ ਭੂਰਾ ਵੀ ਨਹੀਂ ਚੱਲ ਰਹੇ, ਸਗੋਂ ਉਲਟ ਚੱਲ ਰਹੇ। ਵੈਸੇ ਮੈਂ ਆਖਰੀ ਖਬਰ ਲਵਾਂਗਾ, ਇਹ ਬਹੁਤ ਜ਼ਰੂਰੀ ਹੈ। ਬਸਪਾ ਨੇ ਪੰਜਾਬ ਦੇ ਵਿੱਚ 13 ਅਗਸਤ ਨੂੰ ਜਲੰਧਰ 'ਚ ਮਹਾ ਪੰਚਾਇਤ ਸੱਦੀ ਹੈ। ਗਵਰਨਰ ਸਾਹਿਬ ਨੂੰ ਵੀ ਮਿਲੇ ਸੀਗੇ, ਵੱਖ-ਵੱਖ ਦਲਿਤ ਮਸਲਿਆਂ ਦੀ ਗੱਲ ਕੀਤੀ ਹੈ, ਜਾਂ ਪੁਲਿਸ ਦੇ ਤਸ਼ੱਦਦ ਦੀ ਗੱਲ ਕੀਤੀ ਹੈ। ਕੀ ਚਾਹੀਦਾ ਨਹੀਂ ਬਸਪਾ ਜਿਹੜੀ ਆ ਉਹ ਪੰਜਾਬ ਦੇ ਵਿੱਚ, ਠੀਕ ਹੈ, ਜਿੰਨੇ ਕੁ ਪੈਰ ਜਮਾਉਂਦੀ ਹੈ, ਜਿੰਨੀ ਕੁ ਉਹਨਾਂ ਨੂੰ ਵੋਟ ਪੈਂਦੀ ਹੈ, ਕਿ ਦਲਿਤਾਂ ਦੇ ਮਸਲੇ ਦੇ ਉੱਤੇ ਘੱਟੋ ਘੱਟ ਇੱਕ ਬਹੁਤ ਲੰਮੇ ਸੰਘਰਸ਼ ਦੀ ਹੋਰ ਲੋੜ ਹੈ? ਮਤਲਬ ਕਿ ਨਾਲੋਂ ਨਾਲ ਜਦੋਜਹਿਦ ਕਰਨੀ ਚਾਹੀਦੀ ਹੈ, ਬਜਾਏ ਇਸ ਦੇ ਕਿ ਤੁਸੀਂ ਇੱਕ ਮਹੀਨਿਆਂ ਬੱਧੀ ਆ ਕੇ ਉੱਠ ਕੇ ਕਿਸੇ ਇੱਕ ਮੁੱਦੇ ਨੂੰ ਉਭਾਰ ਦਿਓ, ਫਿਰ ਉਹਦੀ ਗੱਲ ਕਰ ਦਿਓ। ਨਾਲੋਂ ਨਾਲ ਚੱਲਣਾ ਚਾਹੀਦਾ। ਦਲਿਤਾਂ ਨਾਲ ਤਾਂ ਹਰ ਰੋਜ਼ ਵਾਂਗ ਧੱਕਾ ਹੁੰਦਾ। ਤੁਸੀਂ ਆਪਾਂ ਜਿੰਨਾ ਮਰਜ਼ੀ ਕਹੀ ਜਾਓ ਕਿ ਆਹ ਚਾਹੀਦਾ ਚਾਹੀਦਾ, ਉਹਦੇ ਨਾਲ ਹੋ ਜਾਊਗਾ? ਚਾਹੀਦਾ ਤੇ ਬਹੁਤ ਕੁਛ ਆ ਭਾਈ। ਇਹ ਗੱਲ ਦਾ ਜਵਾਬ ਦੇਣਾ ਚਾਹੀਦਾ ਕਿ ਅੱਜ ਤੱਕ ਕਿਉਂ ਨਹੀਂ ਹੋ ਰਿਹਾ। ਜੇ ਇਸ ਗੱਲ ਦਾ ਜਵਾਬ ਲੱਭ ਲਾਂਗੇ ਤੇ ਚਾਹੀਦੇ ਦਾ ਹਫ਼ਤੇ ਦਾ ਪਤਾ ਲੱਗ ਜੂ ਵੀ ਕਿਵੇਂ ਹੋਣਾ। ਇਸ ਲਈ ਮੁੱਖ ਗੱਲ ਇਹ ਹੈ ਕਿ ਮੈਨੂੰ ਲੱਗਦਾ ਕਿ ਕੋਈ ਵੀ ਜਦੋਂ ਮੂਵਮੈਂਟ ਨਹੀਂ ਉਸਰਦੀ, ਉਹਦੇ ਕਈ ਕਾਰਨ ਹੁੰਦੇ ਆ। ਜਦੋਂ ਇਹਨਾਂ ਦੀ ਭਾਗੀਦਾਰੀ ਬਰਾਬਰ ਦੀ ਨਹੀਂ ਬਣਦੀ, ਇੱਕ ਤੇ ਆ ਕਿ ਲੀਡਰਸ਼ਿਪ ਦੀ ਅਣਹੋਂਦ,
ਕਾਂਸ਼ੀ ਰਾਮ ਨੇ ਇੱਕ ਵਾਰੀ ਹਮਲਾ ਮਾਰਿਆ ਸੀ, ਬੜੀ ਮਿਹਨਤ ਕੀਤੀ ਸੀ, ਉਹ ਬੜਾ ਅਨਚੈਲੇਂਜੇਬਲ, ਬੜਾ ਹਰਮਨ ਪਿਆਰਾ ਲੀਡਰ ਵੀ, ਕੋਈ ਉਹਦੇ ਤੇ ਕਿੰਤੂ ਪਰੰਤੂ ਨਹੀਂ ਸੀ, ਉਹ ਅਮਰਜ ਹੋਇਆ। ਪਰ ਉਹ ਜਾ ਕੇ ਉਹਨੇ ਬੂਟਾ ਲਾਇਆ ਯੂਪੀ ਦੇ ਵਿੱਚ ਮਾਇਆਵਤੀ ਦਾ, ਇੱਥੋਂ ਉਹ ਵਿੱਚੋਂ ਪਤਾ ਨਹੀਂ ਕਿਉਂ ਛੱਡ ਗਿਆ, ਉਹਨੂੰ ਇੱਥੇ ਟਿਕੇ ਰਹਿਣਾ ਚਾਹੀਦਾ ਸੀ। ਤੇ ਅੱਜ ਦਲਿਤ ਲੌਬੀ ਜੇ ਉੱਥੇ ਟਿਕਿਆ ਰਹਿੰਦਾ ਤੇ ਬੜੀ ਵੱਡੀ ਸਟਰੋਂਗ ਹੋਣੀ ਸੀਗੀ। ਦੂਜੀ ਗੱਲ, ਇੱਕ ਤੇ ਉਹਨਾਂ ਵਿਚਾਰਿਆਂ ਨੂੰ ਬਹੁਤਿਆਂ ਨੂੰ ਟਾਈਮ ਹੀ ਨਹੀਂ ਹੈ, ਅਨਪੜ੍ਹਤਾ ਆ, ਪਛੜਾ ਪਾਣਿਆ, ਕੰਮ ਨਹੀਂ, ਕਾਰੋਬਾਰ ਨਹੀਂ, ਬਹੁਤ ਹੀ ਸਾਧਨ ਵੀ ਹੋਣੇ ਹੈਗੇ ਆ। ਜਦੋਂ ਸਾਧਨ ਨਾ ਹੋਣ, ਫਿਰ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਫਿਰ ਪੋਲਿਟਿਕਸ ਨਹੀਂ ਆਉਂਦੀ ਹੈ, ਫਿਰ ਤੁਹਾਨੂੰ ਚੇਤਨਾ ਵੀ ਨਹੀਂ ਆਉਂਦੀ, ਫਿਰ ਲੜਾਈ ਕਰਨ ਨੂੰ ਵੀ ਜੀ ਨਹੀਂ ਕਰਦਾ, ਫਿਰ ਤੁਸੀਂ ਇੱਧਰ ਉੱਧਰ ਟਾਈਮ ਪਾਸ ਕਰਨ ਲਈ, ਤਾਸ਼ ਖੇਡ ਲਈ, ਹੋਰ ਟਾਈਮ, ਉਸ ਕਿਸਮ ਦੀ ਇੱਕ ਉਮੀਦ ਹੀ ਨਹੀਂ ਜਾਗਦੀ ਅੰਦਰੋਂ ਕਿ ਅਸੀਂ ਕੁਝ ਕਰੀਏ। ਇਹ ਜਿਹੜਾ ਨਾ ਬੜਾ ਹਰ ਕਿਸਮ ਦੀ ਪਾਵਰਟੀ, ਤੁਹਾਨੂੰ ਮੈਂ ਦੱਸਾਂ, ਜਦੋਂ ਪਾਵਰਟੀ ਹੈ, ਗਰੀਬ ਗੁਰਬਤ ਹੁੰਦੀ ਹੈ, ਉਹ ਇੱਕੋ ਹੀ ਗੁਰਬਤ ਪੈਸੇ ਦੀ ਨਹੀਂ ਹੁੰਦੀ ਹੈ, ਉਹ ਸੋਚ ਦੀ ਗੁਰਬਤ ਆ, ਉਹ ਸਰੀਰ ਦੀ ਗੁਰਬਤ ਆ, ਸਰੀਰ ਵੀ 50 ਕਿਸਮ ਦੀਆਂ ਬਿਮਾਰੀਆਂ ਲੱਗੀਆਂ ਹੋਣਗੀਆਂ, ਉਹ ਸਾਧਨਾ ਦੀ ਗੁਰਬਤ ਆ, ਉਹ ਸੱਭਿਆਚਾਰ ਦੀ ਗੁਰਬਤ ਆ, ਸਮਾਜ ਦੇ ਵਿੱਚ ਤੇ ਹੈ ਹੀ ਦਲਿਤਾਂ ਦੀ ਗੁਰਬਤ, ਸਭ ਤੋਂ ਥੱਲੇ ਉਹਨਾਂ ਨੂੰ ਨਪੀੜ ਕੇ ਰੱਖਿਆ ਹੋਇਆ ਕਿ ਜਿਵੇਂ ਬੰਦੇ ਹੀ ਨਾ ਹੋਣ। ਇਹਨਾਂ ਸਾਰੀਆਂ ਚੀਜ਼ਾਂ ਦੀ ਲੜਾਈ ਕਰਕੇ ਉਹਨਾਂ ਤੋਂ ਉੱਪਰ ਉੱਠ ਕੇ ਆਜ਼ਾਦੀ ਪਾਉਣੀ ਔਰ ਸਿਰ ਉੱਚਾ ਚੁੱਕ ਕੇ ਜੀਣ ਦੀ ਇੱਕ ਹਿੰਮਤ ਕਰਨੀ, ਉਹ ਛੋਟਾ ਉਚਾਈ ਦੇ ਨਾਲ ਨਹੀਂ ਗੱਲ ਸੁਖਵਿੰਦਰ ਪੂਰੀ ਹੋਣੀ। ਇਹ ਸਾਰੀਆਂ ਚੀਜ਼ਾਂ ਨੂੰ ਸਿਸਟੇਮੈਟਿਕਲੀ ਸਮਝ ਕੇ ਲਾਮਬੰਦ ਕਰਨਾ ਪਊਗਾ। ਹੁਣ ਮੈਂ ਅਸਲੀ ਗੱਲ ਤੇ ਆ ਜਾਣਾ, ਕਿਉਂਕਿ ਜੇ ਤੁਸੀਂ ਗੱਲ ਛੇੜਦੇ ਆ ਮੇਰੀ ਬੜੀ ਦਿਲ ਦੇ ਨੇੜੇ ਆ। ਜਦੋਂ ਇੱਥੋਂ ਦੇ ਲੀਡਰਾਂ ਨੇ ਜਿੱਤੇ ਜੋ ਵੀ ਫੈਸਲੇ ਲੈਣੇ ਆ ਭੈਣ ਮਾਇਆਵਤੀ ਦੇ ਸਿਗਨਲ ਤੋਂ ਬਗੈਰ ਲੈਣੇ ਹੀ ਨਹੀਂ, ਤੇ ਇੱਥੇ ਮੂਵਮੈਂਟ ਕਿਵੇਂ ਹੋ ਸਕਦੀ? ਜਿਹੜੀ ਪੰਜਾਬ ਦੀ ਬੀਐਸਪੀ ਆ ਉਹ ਕਦੀ ਤਕੜੀ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਨੂੰ ਜਿਹੜੀ ਲੀਡਰਸ਼ਿਪ ਆ ਕੇਜਰੀਵਾਲ ਵਾਂਗੂ ਉਹ ਮਾਇਆਵਤੀ ਨੇ ਦੇਣੀ ਆ, ਜਿਹਨੂੰ ਮਰਜ਼ੀ ਬਣਾ ਦੇ, ਜਿਹਨੂੰ ਮਰਜ਼ੀ ਟਾ ਦੇ। ਹਾਥੀ ਦਾ ਚੋਣ ਨਿਸ਼ਾਨ ਦੀ ਜਿਹੜੀ ਫਰੈਂਚਾਈਜ਼ ਆ ਉਹ ਉੱਥੋਂ ਲੈ ਕੇ ਆਉਂਦੇ ਆ, ਤੇ ਲੀਡਰਸ਼ਿਪ ਉਹ ਦਿੰਦੀ ਵੰਡਦੀ, ਕਿਸੇ ਨੂੰ ਰੱਖ ਲੈ ਕਿਸੇ ਨੂੰ ਹਟਾ ਦੇ। ਇਹ ਫਿਰ ਉਹਦੇ ਤੋਂ ਬਾਹਰ ਕੁਝ ਕੰਮ ਕਰਦੇ ਨਹੀਂ, ਉਹ ਗਾਂ ਇਹਨਾਂ ਨੂੰ ਖੜੇ ਖੜੋਤੇ ਵੇਚ ਦਿੰਦੀ ਹੈ, ਉਹ ਆਪਣੇ ਸੌਦੇ ਕਰ ਲੈਂਦੀ ਹੈ ਕਿ ਮੇਰੇ ਕੋਲ ਆਹ ਦੇਖੋ ਸਾਰੇ ਪੰਜਾਬ 'ਚ ਇੰਨੇ, ਫਲਾਨੀ ਜਗ੍ਹਾ ਇੰਨੇ, ਟਮਕਾਣੀ ਜਗ੍ਹਾ ਇੰਨੇ, ਤੇ ਮੇਰਾ ਹਿੱਸਾ ਇੱਥੇ ਰੱਖ। ਯਾਨੀ ਸੱਤਾ ਤੇ ਇੰਝ ਹੀ ਚੱਲਦੀ ਹੈ ਨਾ। ਹੁਣ ਇਸ ਕਰਕੇ ਜਦ ਤੱਕ ਇਹ ਆਜ਼ਾਦਾਨਾ ਤੌਰ ਤੇ ਸੋਚਦੇ ਨਹੀਂ, ਵਿਚਰਦੇ ਨਹੀਂ ਔਰ ਕੁਝ ਫੈਸਲੇ ਆਪਣੇ ਪੱਧਰ ਤੇ ਲੈਣ ਲਈ ਆਪਣੇ ਆਪ ਨੂੰ ਕਾਬਿਲ ਨਹੀਂ ਬਣਾਉਂਦੇ, ਇਹਨਾਂ ਦਾ ਇੱਥੇ ਅਪਹਾਰ ਹੋਣਾ, ਉੱਠ ਪਾਉਣਾ ਬਹੁਤ ਮੁਸ਼ਕਲ ਹੈ। ਦੂਜੀ ਗੱਲ ਜਿਹੜੀ ਕਾਂਸ਼ੀ ਰਾਮ ਨੇ ਬੜੇ ਠੋਕ ਕੇ ਕਹੀ, ਮੈਂ ਉਹਨਾਂ ਦਾ ਪੜ੍ਹ ਰਿਹਾ ਸੀ, ਚਮਚਾ ਕਲਚਰ। ਭੀਮ ਰਾਓ ਅੰਬੇਦਕਰ ਸਾਹਿਬ ਨੇ ਜਿਹੜਾ ਰਿਜ਼ਰਵੇਸ਼ਨ ਕੀਤੀ ਸੀਗੀ ਪੜ੍ਹਾਈ ਦੇ ਵਿੱਚ, ਜੌਬ ਦੇ ਵਿੱਚ ਤੇ ਪੋਲਿਟਿਕਸ ਦੇ ਵਿੱਚ, ਇਹ ਤਿੰਨੇ ਸਾਧਨ ਆ ਤੁਹਾਡੀ ਐਮਪਾਵਰਮੈਂਟ ਦੇ, ਸਸ਼ਕਤੀਕਰਨ ਦੇ, ਠੀਕ ਹੈ। ਇੱਕ ਸੱਭਿਆਚਾਰ ਦੇ ਤੌਰ ਤੇ, ਇੱਕ ਰਾਜਨੀਤਿਕ ਤੌਰ ਤੇ, ਇੱਕ ਆਰਥਿਕ ਤੌਰ ਤੇ, ਇਹ ਤਿੰਨ ਮੁੱਖ ਸਾਧਨ ਆ ਤੁਹਾਡੇ ਮਜ਼ਬੂਤ ਹੋਣ ਦੇ। ਉਹਨਾਂ ਤਿੰਨਾਂ 'ਚ ਰਿਜ਼ਰਵੇਸ਼ਨ ਕੀਤੀ ਤਾਂ ਕਿ ਇੱਕ ਲੇਅਰ ਇਹੋ ਜਿਹੀ ਬਣ ਜੇ ਤੇ ਉਹ ਬੰਦੇ ਸੰਜੀਦਾ ਹੋਣਗੇ, ਉਹ ਬੰਦੇ ਚੰਗੇ ਲੀਡਰ ਬਣਨਗੇ। ਜਿਵੇਂ ਉਹ ਖੁਦ ਲੀਡਰ ਅਮਰਜ ਹੋਇਆ, ਉਹਨੂੰ ਲੱਗਾ ਕਿ 10 ਸਾਲ ਇਹ ਰਿਜ਼ਰਵੇਸ਼ਨ ਹੋ ਜਾਏ, ਉਹਨੇ ਚਿਰ 'ਚ ਪੜ੍ਹ ਲਿਖ ਕੇ ਚੰਗੇ ਲੀਡਰ ਪੈਦਾ ਹੋ ਜਾਣਗੇ ਦਲਿਤ ਸਮੁਦਾਇ 'ਚੋਂ। ਹੋਇਆ ਕਿ ਇੱਕ ਨਵੀਂ ਦਲਿਤ ਕਲਾਸ ਪੈਦਾ ਹੋ ਗਈ, ਤੇ ਜਿਹੜੀ ਆਪਣੇ ਆਪ ਨੂੰ ਹੀ ਸਰਵ ਕਰਦੀ ਆ, ਬਾਕੀ ਸਾਰਿਆਂ ਨੂੰ ਵੇਖਣਾ ਵੀ ਨਹੀਂ ਚਾਹੁੰਦੀ ਤੇ ਆਪਣੇ ਬਾਰੇ ਦੱਸਣਾ ਵੀ ਨਹੀਂ ਚਾਹੁੰਦੀ ਕਿ ਉਹ ਰਿਜ਼ਰਵ ਦੇ ਬੈਨੀਫੀਸ਼ਰੀ ਆ। ਇੰਨੀ ਉਹਨਾਂ ਨੂੰ ਸ਼ਰਮ ਆਉਂਦੀ ਆ। ਇਹਨੂੰ ਕਹਿੰਦੇ, ਉਹਨਾਂ ਨੇ ਕਿਹਾ ਕਿ ਉਹ ਸਰਕਾਰ ਦੇ, ਕਾਂਸ਼ੀ ਰਾਮ ਦਾ ਕਹਿਣਾ ਕਿ ਚਮਚੇ ਬਣ ਗਏ, ਉਹ ਚਮਚਾ ਕਲਚਰ ਪੈਦਾ ਹੋ ਗਿਆ। ਉਹ ਚੱਲੀ ਜਾਂਦਾ, ਉਹ ਮੌਜਾਂ ਕਰਦੇ, ਉਹਨਾਂ ਦੀਆਂ ਕੋਠੀਆਂ ਵੀ ਆ, ਕਾਰਾਂ ਵੀ ਆ, ਵਿਦੇਸ਼ਾਂ ਦੇ ਝੂਟੇ ਵੀ ਆ, ਨਿਆਣੇ ਵਿਦੇਸ਼ਾਂ 'ਚ ਪੜ੍ਹਦੇ ਆ। ਤੇ ਮੈਂ ਜਿਹੜੇ ਬੰਦਿਆਂ ਨੇ ਰਿਜ਼ਰਵੇਸ਼ਨ ਦਾ ਬਾਰ-ਬਾਰ ਉਹੀ ਬੈਨੀਫਿਟ ਲਈ ਜਾ ਰਿਹਾ, ਥੱਲੇ ਜਿਹੜੇ ਆ ਉਹੀ ਦਲਿਤਾਂ ਦੇ ਵਿੱਚ ਇੱਕ ਨਵੇਂ ਪੰਡਿਤ ਪੈਦਾ ਹੋ ਗਏ, ਦਲਿਤ ਪੰਡਿਤ ਪੈਦਾ ਹੋਏ ਆ, ਉਹ ਹੀ ਨਹੀਂ ਇਹਨਾਂ ਨੂੰ ਉੱਠਣ ਦਿੰਦੇ, ਉਹੀ ਲੀਡਰ ਬਣ ਜਾਂਦੇ ਵਿੱਚੋਂ, ਉਹੀ ਟਿਕਟਾਂ ਲੈਂਦੇ ਆ, ਕਿਉਂਕਿ ਉਹਨਾਂ ਕੋਲ ਸਾਧਨ ਹੈਗੇ ਆ, ਦੂਜੇ ਸਾਧਨ ਵੀ ਹੋਣੇ ਆ, ਤੇ ਇਹ ਤੇ ਅੰਦਰ ਹੀ ਸਲੇਵਰੀ ਪੈਦਾ ਹੋ ਗਈ। ਹੁਣ ਸਮਝ ਗਏ? ਮੈਂ ਮੋਟਾ ਇੱਕ ਟਾਈਮ 'ਚ ਇੰਨੀ ਇੱਕ ਗੱਲ ਦਾ ਇਸ਼ਾਰੇ ਮੂਜਮ ਵੀ ਦੱਸ ਸਕਦਾ। ਕਦੀ ਖੁੱਲਾ ਟਾਈਮ ਇਸੇ ਤੇ ਰੱਖੋਗੇ ਪੂਰਾ, ਤੇ ਆਪਾਂ ਪੂਰੀਆਂ ਗੱਲਾਂ ਵੀ ਕਰ ਲਾਂਗੇ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ।